ਮੈਨੂੰ ਇੱਕ ਮੇਰੇ ਦੋਸਤ ਦਾ ਫੋਨ ਆਇਆ ਤੇ ਉਹਨਾਂ ਦੱਸਿਆ ਕਿ ਤੁਸੀਂ ਫਲਾਣੀ ਵੈਬ ਸੀਰੀਜ਼ ਦੇਖਣਾ, ਮਗਰ ਦੇਖਣਾ ਹੈੱਡਫੋਨ ਲਾ ਕੇ ਔਰ ਕੱਲੇ ਜੀ। ਉਹਦੇ ਉਹ ਦੋ ਸ਼ਬਦਾਂ ਨੇ ਮੈਨੂੰ ਹਿਲਾ ਦਿੱਤਾ ਕਿ ਕੱਲੇ ਜਾਂ ਹੈੱਡਫੋਨ। ਮੈਂ ਕਿਹਾ ਜੀ ਕਿਉਂ? ਕਹਿੰਦਾ ਜੀ ਉਹਦੇ 'ਚ ਗਾਲਾਂ ਬਹੁਤ ਹੈ। ਇੱਕ ਜ਼ਰੂਰ ਮੈਂ ਕਹਿਣਾ ਚਾਹਾਂਗਾ, ਕੋਵਿਡ ਥੋੜੇ ਟਾਈਮ ਲਈ ਹੈ ਜੀ, ਮਗਰ ਇਹ ਚੀਜ਼ਾਂ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਅੰਦਰੋਂ ਖੋਖਲਾ ਕਰ ਦੇਣਗੀਆਂ। ਐਕਟ੍ਰੈਸਿਸ ਨੇ ਇਹ ਸ਼ੂਟ ਕਿਉਂ ਕੀਤਾ? ਇਹ ਐਕਟ੍ਰੈਸਿਸ ਨੇ ਇਸ ਲੈਵਲ ਤੱਕ ਜਾ ਕੇ ਆਪਣੀ ਮਰਿਆਦਾ ਨੂੰ, ਆਪਣੀ ਸੋਚ ਨੂੰ ਇੱਕ ਮਨੀ ਕਾਰਨ ਜਾਂ ਫੇਮਸ ਹੋਣ ਕਾਰਨ ਆਪਣੇ ਆਪ ਨੂੰ ਕਿਉਂ ਸਤਰ ਤੇ ਲਿਆਏ ਕਿ ਉੱਥੇ ਉਹ ਸਾਈਟ ਦੇ ਉਹਨੂੰ ਕਲਿੱਪ ਪਾਣਾ ਪਿਆ। ਉਹਨਾਂ ਨੂੰ ਪਤਾ ਹੈ ਕਿ ਜੇ ਚਰਚਾ ਹੋਏਗੀ ਤਾਂ ਵੀ ਸਾਡਾ ਕੰਟੈਂਟ ਵਿਕੇਗਾ, ਜੇ ਇੱਥੇ ਧਰਨੇ ਲੱਗਣਗੇ, FIR ਦਰਜ ਹੋਏਗੀ, ਫਿਰ ਵੀ ਸਾਡਾ ਕੰਟੈਂਟ ਵਧੇਗਾ। ਮਤਲਬ ਉਹਨਾਂ ਦੀ ਜਿਹੜੀ ਅੰਦਰ ਦੀ ਆਤਮਾ ਹੈ ਨਾ, ਉਹ ਪੂਰੀ ਤਰ੍ਹਾਂ ਮਰ ਚੁੱਕੀ ਹੈ। ਜਿੰਨੇ ਵੀ ਇਹ ਲੋਕ ਨੇ ਇਹ ਬੜੀ ਛੋਟੀ ਅਮਾਉਂਟ ਲੈਂਦੇ ਨੇ, ਇੰਨੀ ਛੋਟੀ ਅਮਾਉਂਟ ਲੈਂਦੇ ਨੇ ਕਿ ਜਿੱਦਾਂ ਕਿ ਤੁਸੀਂ ਕੋਨ ਖਰੀਦਦੇ ਹੋ 25 ਰੁਪਏ ਦਾ, 30 ਰੁਪਏ ਦਾ ਤੁਸੀਂ ਇੱਕ ਪੈਕ ਪਾਓ ਕਿ ਚੱਲ ਯਾਰ ਮਹੀਨਾ ਦੇਖ ਲੈਣੇ ਕੀ ਹੈਗਾ, ਅੱਛਾ ਲੱਗਾ ਤੇ ਤੁਹਾਨੂੰ ਸਵਾਦ ਲੱਗ ਗਿਆ। ਯੂਅਰ ਵਰਲਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਤੁਹਾਡੇ ਨਾਲ ਇੱਕ ਇਹੋ ਜਿਹੇ ਮੁੱਦੇ ਦੇ ਉੱਤੇ ਡਿਸਕਸ਼ਨ ਕਰਨ ਜਾ ਰਹੇ ਹਾਂ ਜੋ ਕਿ ਤੁਹਾਡੇ ਪ੍ਰੈਜ਼ੈਂਟ ਅਤੇ ਫਿਊਚਰ ਦੇ ਨਾਲ ਜੁੜਿਆ ਹੋਇਆ ਹੈ। ਜੇਕਰ ਗੱਲ ਕਰੀਏ ਅੱਜ ਦੇ ਸਮੇਂ ਦੀ ਤਾਂ ਡਿਜੀਟਲਾਈਜੇਸ਼ਨ ਦੇ ਨਾਲ ਦੁਨੀਆ ਚੱਲ ਰਹੀ ਹੈ ਤੇ ਹਾਲ ਹੀ ਦੇ ਕੁਝ 5 ਸਾਲਾਂ ਦੇ ਵਿੱਚ OTT ਪਲੇਟਫਾਰਮਸ ਜਿਵੇਂ ਕਿ ਆਲਟ ਬਾਲਾਜੀ, ਨੈਟਫਲਿਕਸ, ਹੌਟਸਟਾਰ ਤੇ ਕਈ ਹੋਰ OTT ਪਲੇਟਫਾਰਮਸ ਹੋਂਦ ਵਿੱਚ ਆਏ ਨੇ ਤੇ ਦਿਨੋਂ ਦਿਨ ਹੀ ਬਹੁਤ ਜ਼ਿਆਦਾ ਪਪੂਲਰ ਹੋ ਚੁੱਕੇ ਨੇ। ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਵਿੱਚ ਲੋਕੀ ਉਹਨਾਂ OTT ਪਲੇਟਫਾਰਮਸ ਦੇ ਉੱਤੇ ਵੈਬ ਸੀਰੀਜ਼ ਦੇਖਣਾ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ। ਔਰ ਗੈਜਟ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਥਰੂ, ਇੰਟਰਨੈਟ ਦੇ ਥਰੂ ਤੁਸੀਂ ਪੂਰੀ ਦੁਨੀਆ ਦੀ ਕੋਈ ਵੀ ਚੀਜ਼ ਦੇਖ ਸਕਦੇ ਹੋ। ਤੇ ਜੇਕਰ ਵੈਬ ਸੀਰੀਜ਼ ਦੀ ਗੱਲ ਕਰੀਏ ਤਾਂ ਕੁਝ ਵੈਬ ਸੀਰੀਜ਼ ਐਸੀਆਂ ਨੇ ਜਿਨ੍ਹਾਂ ਵਿੱਚ ਸ਼ਰੇਆਮ ਕੁਝ ਇਹੋ ਜਿਹਾ ਕੰਟੈਂਟ ਦਿਖਾਇਆ ਜਾਂਦਾ ਹੈ ਜਿਸ ਦਾ ਬੁਰਾ ਪਰਿਣਾਮ ਪੂਰੇ ਸਮਾਜ ਦੇ ਉੱਤੇ ਪੈ ਰਿਹਾ। ਤੇ ਅੱਜ ਯੂਅਰ ਵਰਲਡ ਨਿਊਜ਼ ਐਸੇ ਹੀ ਸੈਂਸਿਟਿਵ ਮੁੱਦੇ ਦੇ ਉੱਤੇ ਗੱਲਬਾਤ ਤੁਹਾਡੇ ਨਾਲ ਕਰੇਗਾ ਔਰ ਅੱਜ ਦੀ ਡਿਸਕਸ਼ਨ ਦੇ ਵਿੱਚ ਸਾਡੇ ਨਾਲ ਯੂਅਰ ਵਰਲਡ ਨਿਊਜ਼ ਦੇ ਐਡੀਟਰ ਇਨ ਚੀਫ ਮਿਸਟਰ ਰਵੀਸ਼ ਅਬਰੋਲ ਜੀ ਸ਼ਾਮਿਲ ਹੋਣ ਜਾ ਰਹੇ ਨੇ। ਆਓ ਤੁਹਾਨੂੰ ਕਰਵਾਉਂਦੇ ਉਹਨਾਂ ਦਾ ਰੂਬਰੂ ਤੇ ਜਾਣਦੇ ਹਾਂ ਇਸ ਮੁੱਦੇ ਦੇ ਉੱਤੇ ਉਹਨਾਂ ਦੇ ਕੀ ਵਿਚਾਰ ਨੇ। ਯੂਅਰ ਵਰਲਡ ਨਿਊਜ਼ ਦੇ ਮਾਧਿਅਮ ਰਾਹੀਂ ਅੱਜ ਅਸੀਂ ਆਪਣੇ ਟੌਪਿਕ ਦੇ ਉੱਤੇ, ਵੈਬ ਸੀਰੀਜ਼ ਦੇ ਟੌਪਿਕ ਦੇ ਉੱਤੇ ਚਰਚਾ ਕਰਨ ਜਾ ਰਹੇ ਹਾਂ ਔਰ ਮੇਰੇ ਨਾਲ ਮੌਜੂਦ ਨੇ ਸਾਡੇ ਐਡੀਟਰ ਇਨ ਚੀਫ ਰਵੀਸ਼ ਅਬਰੋਲ ਜੀ। ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਸਰ, ਸਭ ਤੋਂ ਪਹਿਲਾ ਸਵਾਲ, ਵੈਬ ਸੀਰੀਜ਼ 5 ਸਾਲ ਤੋਂ ਬਹੁਤ ਜ਼ਿਆਦਾ ਪਪੂਲਰ ਹੋ ਚੁੱਕੀਆਂ ਨੇ ਬਟ ਇਸ ਸਮੇਂ ਉਹਨਾਂ ਨੇ ਇੱਕ ਅਲੱਗ ਰੂਪ ਅਖਤਿਆਰ ਕਰ ਲਿਆ ਹੈ। ਵੈਬ ਸੀਰੀਜ਼ ਦੇ ਵਿੱਚ ਸ਼ਰੇਆਮ ਵਾਇਲੈਂਸ, ਨਿਊਡਿਟੀ ਤੇ ਵਲਗੈਰਿਟੀ ਦਿਖਾਈ ਜਾਂਦੀ ਹੈ। ਤੁਹਾਡੇ ਹਿਸਾਬ ਦੇ ਨਾਲ ਕੀ ਰੀਜ਼ਨ ਹੈ, ਕੀ ਕਾਰਨ ਹੈ? ਦੇਖੋ ਜੀ, ਇਹਦਾ ਸਭ ਤੋਂ ਵੱਡਾ ਰੀਜ਼ਨ ਤੇ ਮੈਨੂੰ ਇਹ ਲੱਗਦਾ ਕਿ ਕੋਈ ਵੀ ਚੀਜ਼ ਹੈ ਜ਼ਿੰਦਗੀ ਦੇ ਵਿੱਚ, ਦੁਨੀਆ ਦੇ ਵਿੱਚ, ਜਦੋਂ ਬੇਲਗਾਮ ਹੋ ਜਾਏਗੀ, ਜਦੋਂ ਉਹਦੇ ਤੇ ਕੰਟਰੋਲ ਕਰਨ ਵਾਲਾ ਨਹੀਂ ਹੋਏਗਾ। ਸਾਡੀ ਸਰਹੱਦਾਂ ਦੇ ਉੱਤੇ ਜਿਹੜੇ ਫੌਜੀ ਨੇ ਇਸੇ ਲਈ ਖੜੇ ਨੇ ਕਿ ਸਾਹਮਣੇ ਵਾਲੇ ਦੀ ਤੇ ਆਪਣੀ ਹੱਦ ਜਿਹੜੀ ਹੈ ਉਹ ਨਿਰਧਾਰਿਤ ਹੋਵੇ। ਜਦੋਂ ਹਿੰਦੀ ਫਿਲਮ ਜਗਤ ਨੇ ਵੀ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਦਿਖਾਣੀਆਂ ਸ਼ੁਰੂ ਕੀਤੀਆਂ ਜਿਹੜੀਆਂ ਫੈਮਿਲੀ ਦੇ ਵਿੱਚ ਜਾਂ ਕਿਸੇ ਧਰਮ ਦੇ ਜਾਂ ਕਿਸੇ ਏਜ ਗਰੁੱਪ ਦੇ ਉੱਤੇ ਉਹਦਾ ਬੈਡ ਇਫੈਕਟ ਆਂਦਾ ਸੀਗਾ ਤੇ ਉਹਦੇ ਲਈ ਸੈਂਸਰ ਬਣਿਆ। ਮਗਰ ਵੈਬ ਸੀਰੀਜ਼ ਇੱਕ ਐਸੀ ਚੀਜ਼ ਹੈ, ਵੈਬ ਸੀਰੀਜ਼ ਦੇ ਨਾਮ ਤੇ, ਵੈਬ ਸੀਰੀਜ਼ ਦੀ ਆੜ ਦੇ ਵਿੱਚ ਜੋ ਅੱਜ ਦਿਖਾਇਆ ਜਾ ਰਿਹਾ ਹੈ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਉਹਨੂੰ ਰੋਕਣ ਵਾਲਾ ਕੋਈ ਨਹੀਂ ਹੈ, ਉਹਦੇ ਉੱਤੇ ਕੋਈ ਸੈਂਸਰ ਨਹੀਂ ਹੈ। ਸਭ ਤੋਂ ਵੱਡੀ ਚੀਜ਼ ਹੈ ਕਿ ਉਹਨੂੰ ਕੰਟਰੋਲ ਕਰਨ ਲਈ ਸਰਕਾਰ ਨੂੰ ਕਦਮ ਉਠਾਉਣੇ ਚਾਹੀਦੇ ਨੇ। ਜੀ, ਸੋ ਇਸ ਦੇ ਨਾਲ ਹੀ ਸਵਾਲ ਹੁੰਦਾ ਸਰ ਕਿ ਇਸ ਲੈਵਲ ਦੀਆਂ ਵੈਬ ਸੀਰੀਜ਼ ਬਣਾਉਣ ਦੀ ਜ਼ਰੂਰਤ ਹੀ ਕਿਉਂ ਪੈਂਦੀ ਹੈ? ਕਿਉਂ ਬਣਦੀਆਂ ਨੇ ਇਸ ਲੈਵਲ ਦੀਆਂ ਵੈਬ ਸੀਰੀਜ਼? ਕੰਟਰੋਵਰਸ਼ੀਅਲ ਜਾਂ ਵਾਇਲੈਂਸ ਜਾਂ ਫਿਰ ਨਿਊਡਿਟੀ ਕਿਉਂ ਦਿਖਾਈ ਜਾਂਦੀ, ਕਿਉਂ ਬਣਦੀਆਂ ਨੇ? ਦੇਖੋ, ਗੱਲ ਇਹ ਹੈ ਕਿ ਤੁਸੀਂ ਬਹੁਤ ਹੀ ਵਧੀਆ ਸਵਾਲ ਪੁੱਛ ਰਹੇ ਹੋ ਔਰ ਬੜੇ ਜਿਹੜੇ ਟੂ ਦਾ ਪੁਆਇੰਟ ਔਰ ਸਿੱਧੀਆਂ ਗੱਲਾਂ ਕਰ ਰਹੇ, ਮੈਨੂੰ ਖੁਸ਼ੀ ਹੈ ਜੀ। ਇਹਦੀ ਲੋੜ ਕਿਉਂ ਪੈਂਦੀ ਹੈ? ਅੱਜ ਕੋਵਿਡ ਦੇ ਟਾਈਮ ਦੇ ਵਿੱਚ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਮਾਸਕ ਦੀ ਜਾਂ ਸੈਨੀਟਾਈਜ਼ਰਸ ਦੀ ਜਾਂ ਹੋਰ ਜਿਹੜੀਆਂ ਕਲੀਨਿੰਗ ਕਰਨ ਵਾਲੀਆਂ ਮਸ਼ੀਨਸ ਹੈ ਉਹਦੀ ਇੱਕਦਮ ਡਿਮਾਂਡ ਕਿੱਦਾਂ ਵੱਧ ਗਈ ਜੀ? ਕਿਉਂ? ਕਿਉਂਕਿ ਕੋਵਿਡ ਆਇਆ, ਕੋਵਿਡ ਦੇ ਕਾਰਨ ਉਹਦੀ ਡਿਮਾਂਡ ਹੋਈ, ਫਿਰ ਉਹਦੀ ਸਪਲਾਈ ਵਧੀ ਜੀ। ਕਿਤੇ ਨਾ ਕਿਤੇ ਅਸੀਂ ਵੈਬ ਸੀਰੀਜ਼ ਬਣਾਉਣ ਵਾਲਿਆਂ ਨੂੰ, ਚੈਨਲਾਂ ਨੂੰ ਜਾਂ ਜਿਹੜੇ ਐਪਸ ਹੈਗੇ ਉਹਨਾਂ ਨੂੰ ਜ਼ਿੰਮੇਵਾਰ ਕਹਿਣ ਤੋਂ ਪਹਿਲਾਂ ਸਾਡਾ ਸਮਾਜ ਵੀ ਜ਼ਿੰਮੇਵਾਰ ਹੈ। ਚਾਹੇ ਛੋਟੀ ਏਜ ਦਾ ਬੱਚਾ ਹੈ, ਚਾਹੇ ਇੱਕ ਆਮ ਮੁੰਡਾ ਹੈ ਜਾਂ ਇੱਕ ਬਜ਼ੁਰਗ ਨੇ, ਅੱਜ ਸਭ ਦੇ ਫੋਨ ਦੇ ਵਿੱਚ ਇਹ ਨੈਗੇਟਿਵਿਟੀ ਔਰ ਨਿਊਡਿਟੀ ਔਰ ਜਿਹੜਾ ਵਾਇਲੈਂਸ ਹੈ ਉਹ ਬੜੀ ਈਜ਼ੀਲੀ ਅਵੇਲੇਬਲ ਹੈ ਜੀ। ਤੁਸੀਂ ਛੋਟੀ ਜਿਹੇ ਇੱਕ ਚਾਰਜਿਸ ਦਾ ਪੈਕ ਪਵਾਉਂਦੇ ਹੋ ਤੇ ਤੁਸੀਂ ਕਿਸੇ ਵੀ ਘਰ ਦੇ ਕੋਨੇ 'ਚ ਬਹਿ ਕੇ, ਤੁਸੀਂ ਕੋ ਮੈਂ ਪੜ੍ਹਾਈ ਕਰਦਾ ਪਿਆ, ਤੁਸੀਂ ਕੋ ਮੈਂ ਆਫਿਸ 'ਚ ਬੈਠਾ ਤੇ ਤੁਸੀਂ ਉਹਨੂੰ ਜੋ ਮਰਜ਼ੀ ਦੇਖ ਰਹੇ ਹੋ ਜੀ। ਔਰ ਉਹਦਾ ਕਾਰਨ ਇਹੀ ਹੈ ਕਿ ਡਿਮਾਂਡ ਹੈ।
ਤੁਸੀਂ ਉਹਨਾਂ ਦੇ YouTube ਚੈਨਲਸ ਤੇ ਜਾਓ, ਸਬਸਕ੍ਰਾਈਬਰਸ ਦੇਖੋ, 100 ਮਿਲੀਅਨ ਤੁਸੀਂ ਦੇਖੋ ਕਿੱਥੇ ਚਲੇ ਜਾਂਦੀ ਹੈ ਪੋਪੂਲੇਸ਼ਨ ਔਰ ਕਿੱਥੇ ਚਲੇ ਜਾਂਦਾ ਲੋਕ। ਉਹ ਇੰਨੇ ਸਬਸਕ੍ਰਾਈਬਰ ਹੈ, ਇਹਦਾ ਮਤਲਬ ਡਿਮਾਂਡ ਹੈ, ਤਾਂ ਹੀ ਉਸ ਚੀਜ਼ ਦੀ ਸਪਲਾਈ ਹੈ। ਸਭ ਤੋਂ ਵੱਡਾ ਕਾਰਨ ਹੈ ਜੀ। ਇਸ ਦੇ ਨਾਲ ਹੀ ਸਰ ਇੱਕ ਬਹੁਤ ਵੱਡਾ ਸਵਾਲ ਹੁੰਦਾ ਹੈ ਕਿ ਉਸ OTT ਪਲੇਟਫਾਰਮ ਦੇ ਉੱਤੇ ਕੰਮ ਕਰਨ ਵਾਲੀ ਐਕਟ੍ਰੈਸਿਸ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ ਕਿ ਉਹਨਾਂ ਦਾ ਕੁਝ ਕੰਟੈਂਟ ਜਿਹੜਾ ਪੌਰਨ ਸਾਈਟਸ ਤੱਕ ਚਲੇ ਗਿਆ। ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ ਜੀ, ਅਗਰ ਉਹ ਪੌਰਨ ਸਾਈਟਸ ਤੇ ਗਿਆ ਹੈ ਔਰ ਉੱਥੇ ਉਹ ਦਿਖਾਇਆ ਜਾ ਰਿਹਾ ਹੈ ਜੀ, ਪਹਿਲੀ ਗੱਲ ਤੇ ਉਹ ਕੰਟੈਂਟ ਬਣਿਆ ਹੀ ਕਿਉਂ? ਅਗਰ ਕੋਈ ਚੀਜ਼ ਪਵਿੱਤਰ ਬਣਦੀ ਹੈ ਤੇ ਉਹ ਕਿਸੇ ਅੱਛੀ ਜਗ੍ਹਾ ਜਾਂਦੀ ਹੈ, ਜੇ ਕੋਈ ਨੈਗੇਟਿਵ ਚੀਜ਼ ਹੁੰਦੀ ਹੈ ਉਹ ਰੱਦੀ 'ਚ ਜਾਂਦੀ ਹੈ। ਇਹਦਾ ਮਤਲਬ ਕਿ ਉਹ ਕੰਟੈਂਟ, ਉਹ ਚੀਜ਼ ਇਸ ਲੈਵਲ ਦੀ ਸੀ ਤੇ ਉਹਨੂੰ ਉਸ ਜਗ੍ਹਾ ਤੇ ਸੁੱਟਿਆ ਗਿਆ ਜਾਂ ਪਾਇਆ ਗਿਆ, ਤੇ ਉਹ ਬਣੀ ਹੀ ਕਿਉਂ? ਗੱਲ ਇਹ ਨਹੀਂ ਹੈ ਕਿ ਐਕਟਰੈਸ ਕਹਿ ਰਹੀ ਹੈ ਕਿ ਮੇਰੀ ਉਹ ਜਿਹੜੀ ਆਪਣਾ ਕਲਿੱਪਿੰਗ ਬਣੀ ਉਹ ਉੱਥੇ ਚਲੇ ਗਈ। ਸਿਰਫ ਇਹ ਕਿ ਲੈਵਲ ਆਫ ਰਿਕਾਰਡਿੰਗ, ਲੈਵਲ ਆਫ ਸੀਨਸ, ਅਗਰ ਕੋਈ ਕਲਿੱਪ ਕਿਸੇ ਧਾਰਮਿਕ ਜਾਂ ਪੋਜ਼ਿਟਿਵ ਚੀਜ਼ ਬਣਦੀ ਹੈ ਤਾਂ ਅੱਛੀ ਸਾਈਟ ਵਾਲੇ ਉਹਨੂੰ ਪਾ ਦਿੰਦੇ ਨੇ, ਮਤਲਬ ਉਹਦੀ ਕਲਿੱਪਿੰਗ ਨੂੰ ਕੱਟ ਕੇ। ਇਹਦਾ ਮਤਲਬ ਉਹਦਾ ਸਤਰ, ਉਹਦਾ ਲੈਵਲ ਇੰਨਾ ਡਾਊਨ ਸੀ ਕਿ ਉਹਨੂੰ ਉੱਥੇ ਪਾਇਆ ਗਿਆ। ਸਵਾਲ ਇਹ ਨਹੀਂ ਹੈ ਕਿ ਉਹ ਐਕਟ੍ਰੈਸਿਸ ਕਹਿ ਰਹੀਆਂ, ਐਕਟ੍ਰੈਸਿਸ ਨੇ ਇਹ ਸ਼ੂਟ ਕਿਉਂ ਕੀਤਾ? ਇਹ ਐਕਟ੍ਰੈਸਿਸ ਨੇ ਇਸ ਲੈਵਲ ਤੱਕ ਜਾ ਕੇ ਆਪਣੀ ਮਰਿਆਦਾ ਨੂੰ, ਆਪਣੀ ਸੋਚ ਨੂੰ ਇੱਕ ਮਨੀ ਕਾਰਨ ਜਾਂ ਫੇਮਸ ਹੋਣ ਕਾਰਨ ਆਪਣੇ ਆਪ ਨੂੰ ਕਿਉਂ ਸਤਰ ਤੇ ਲਿਆਏ ਕਿ ਉੱਥੇ ਉਹ ਸਾਈਟ ਦੇ ਉਹਨੂੰ ਕਲਿੱਪ ਪਾਣਾ ਪਿਆ। ਬਟ ਇਨ ਬਿਟਵੀਨ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਉਹਨਾਂ ਨੇ ਸਿਰਫ ਇੱਕ ਸਪੈਸੀਫਿਕ OTT ਪਲੇਟਫਾਰਮ ਜਾਂ ਉੱਲੂ ਦੇ ਲਈ ਜਾਂ ਹੌਟਸਟਾਰ ਜਾਂ ਆਰਟ ਬਾਲਾਜੀ ਕਿਸੇ ਸਪੈਸੀਫਿਕ OTT ਪਲੇਟਫਾਰਮ ਦੇ ਲਈ ਹੀ ਇਹ ਸੀਨ ਕੀਤਾ ਸੀ। ਬਟ ਉਹ ਸੀਨ ਜਿਹੜਾ ਸੀ ਉਹ ਚਾਹੁੰਦੀਆਂ ਸੀ ਕਿ ਪੌਰਨ ਵੀਡੀਓਜ਼ ਤੱਕ ਨਾ ਪਹੁੰਚੇ ਜਾਂ ਮਤਲਬ ਪੌਰਨ ਸਾਈਟਸ ਤੱਕ ਨਾ ਪਹੁੰਚੇ, ਬਟ ਫਿਰ ਵੀ ਉਹ ਪਹੁੰਚ ਗਿਆ। ਪਰ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਗਲਤ ਹੈ? ਫਿਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਤੁਸੀਂ ਹੁਣੇ ਗੱਲ ਕਹੀ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਨੇ ਉਹ ਇੱਕ ਵੀਡੀਓਗ੍ਰਾਫੀ ਕੀਤੀ ਜਾਂ ਸੀਨ ਸ਼ੂਟ ਕੀਤਾ, ਉਹ ਇੱਕ ਸਪੈਸੀਫਿਕ ਐਪ ਲਈ ਜਾਂ ਸਪੈਸੀਫਿਕ Amazon Prime Zone ਜਿੰਨੇ ਵੀ ਹੈਗੇ ਆ ਆਪਣਾ Z5 ਵਗੈਰਾ ਉਹਨਾਂ ਲਈ ਕੀਤਾ ਜੀ, ਮਗਰ ਉਹ ਸੀਨ ਚਲਾ ਗਿਆ ਪੌਰਨ ਸਾਈਟ ਤੇ ਜੀ। ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਵਾਂ ਕਿ ਇਹ ਸੀਨ ਉਸ ਪਲੇਟਫਾਰਮ ਤੇ ਵੀ ਰਿਕਾਰਡ ਕਰਨ ਲਈ ਔਰ ਪਾਉਣ ਲਈ ਉਹਨੂੰ ਕਿੰਨੇ ਅਥਾਰਟੀ ਦਿੱਤੀ? ਜੀ, ਇੰਡੀਅਨ ਜਿਹੜੀ ਮਰਿਆਦਾ ਹੈ, ਜਿਹੜੀ ਇੰਡੀਅਨ ਲਾਅ ਹੈ, ਉਹਦੇ ਅੰਡਰ ਜਿਹੜੀ ਇਹ ਚੀਜ਼ਾਂ ਦਿਖਾਣਾ ਗਲਤ ਹੈ। ਤੁਸੀਂ ਨਹੀਂ ਦਿਖਾ ਸਕਦੇ। ਮੈਨੂੰ ਇੱਕ ਚੀਜ਼ ਦਾ ਤੁਸੀਂ ਜਵਾਬ ਦਿਓ, ਅਗਰ ਥੀਏਟਰ 'ਚ ਜਾ ਕੇ ਦੇਖਦੇ ਆ ਤਾਂ ਉੱਥੇ ਸੈਂਸਰ ਕਹਿੰਦਾ ਕਿ ਇਹ ਗਲਤ ਹੈ ਜੀ, ਤੇ ਇੱਥੇ ਉਹ ਆਪ ਜੱਜ ਨੇ ਕਿ ਮੈਂ ਇੱਕ ਪਲੇਟਫਾਰਮ ਬਣਾ ਲਿਆ, ਮੈਂ Z5 ਪ੍ਰਾਈਮ TV ਜਾਂ Amazon ਜੋ ਵੀ ਹੈਗੇ ਨੇ ਪਲੇਟਫਾਰਮ, ਅਸੀਂ ਉਹਦੇ ਤੇ ਬਣਾ ਲਏ ਔਰ ਉਹਦੇ ਤੇ ਤੁਸੀਂ ਜੋ ਮਰਜ਼ੀ ਪਾ ਲਓ, ਉੱਥੇ ਉਹ ਵੈਲਿਡ ਹੈ ਕਿਉਂਕਿ ਉੱਥੇ 100 ਰੁਪਏ ਜਾਂ 35 ਰੁਪਏ ਦੇ ਕੇ ਤੁਹਾਨੂੰ ਫੀਸ ਉਹ ਸੀਨ ਦੇਖ ਰਿਹਾ, ਔਰ ਉਹ ਸੀਨ ਜਦੋਂ ਚਲੇ ਜਾਂਦਾ ਹੈ ਪੌਰਨ ਸਾਈਟ ਦੇ ਉੱਤੇ ਫਿਰ ਉਹ ਗਲਤ ਹੈ ਜੀ। ਫਿਰ ਉਹੀ ਗੱਲ ਆ ਗਈ ਕਿ ਕੌਣ ਉਹਨਾਂ ਨੂੰ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ ਕਿ ਉਹਨਾਂ ਦਾ ਜ਼ਮੀਰ ਮਰ ਜਾਂਦਾ? ਜਿਹੜੇ ਐਪ ਵਾਲੇ ਨੇ ਜਾਂ ਸ਼ੂਟ ਕਰਨ ਵਾਲੇ ਨੇ ਜਾਂ ਪ੍ਰੋਡਿਊਸਰਸ ਨੇ ਜਾਂ ਡਾਇਰੈਕਟਰ ਨੇ, ਜੇ ਹੁਣ ਤੁਸੀਂ ਔਰ ਮੈਂ ਕਿਸੇ ਟੌਪਿਕ ਤੇ ਗੱਲ ਕਰ ਰਹੇ ਹਾਂ ਤੇ ਮੈਂ ਤੇ ਤੁਸੀਂ ਕਿਸੇ ਧਰਮ ਦੇ ਖਿਲਾਫ ਗੱਲ ਕਰ ਲਈਏ ਤੇ ਤੁਸੀਂ ਇਹ ਕਹੋ ਜੀ ਅਸੀਂ ਤੇ ਸਿਰਫ ਤੁਹਾਡੇ ਚੈਨਲ ਦੇ ਉੱਤੇ ਆ ਕੇ ਗਲਤ ਬੋਲਿਆ ਸੀ, ਅਸੀਂ ਕਿਸੇ ਨੂੰ ਥੋੜੀ ਬੋਲਿਆ ਸੀ। ਗੱਲ ਹੈ ਕਿ ਗਲਤ ਬੋਲਣਾ ਹੀ ਨਹੀਂ ਹੈ, ਗੱਲ ਹੈ ਕਿ ਗਲਤ ਸੀਨ ਕਰਨਾ ਹੀ ਨਹੀਂ ਹੈ। ਉਹ ਸ਼ੂਟ ਕਿੱਥੇ ਹੋਇਆ, ਉਹ ਕਿੱਥੇ ਪਾਇਆ, ਕਿੱਥੇ ਪਹੁੰਚਿਆ, ਸਵਾਲ ਨਹੀਂ ਹੈ। ਗੱਲ ਹੈ ਕਿ ਇਹ ਐਸੇ ਸਵਾਲ ਨੇ ਜਿਹੜੇ ਇਹ ਲੋਕਾਂ ਨੂੰ ਹੋਰ ਪ੍ਰਮੋਟ ਕਰਦੇ ਨੇ, ਇਹ ਲੋਕਾਂ ਨੂੰ ਹੋਰ ਬਿਜ਼ਨਸ ਦਿੰਦੇ ਨੇ, ਕਿਉਂਕਿ ਅੱਜ ਦਾ ਬੰਦਾ ਕਹਿੰਦਾ ਕਿ ਅੱਛਾ ਇਹਦੇ ਵਿੱਚ ਹੈ ਵੈ, ਮੈਂ ਵੀ ਸਬਸਕ੍ਰਾਈਬ ਕਰਾਂ। ਚਰਚਾ ਕੁਐਸਚਨਸ ਹੀ ਗਲਤ ਡਾਇਰੈਕਸ਼ਨ 'ਚ ਨੇ। ਜਿਹੜੀ ਚਰਚਾ ਕਰਨੀ ਚਾਹੀਦੀ ਹੈ ਕਿ ਇਹਨਾਂ ਤੇ ਲਗਾਮ ਕਿੱਦਾਂ ਲੱਗੇ ਜੀ, ਇਹ ਬਹੁਤ ਜ਼ਰੂਰੀ ਹੈ। ਸੋ ਕੁਝ ਪ੍ਰੋਡਿਊਸਰ ਦਾ ਵੀ ਇਹਦੇ ਨਾਲ ਕਹਿਣਾ ਹੁੰਦਾ ਕਿ ਉਹ ਪ੍ਰੋਪਰ ਸਕ੍ਰਿਪਟ ਰੈਡੀ ਕਰਦੇ, ਪ੍ਰੋਗਰਾਮ ਰੈਡੀ ਕਰਦੇ ਆ, ਬਟ ਜਦੋਂ ਸ਼ੂਟ ਸ਼ੁਰੂ ਹੁੰਦਾ ਤਾਂ ਡਿਮਾਂਡਸ ਹੋਰ ਤਰੀਕੇ ਜਾਣੀਆਂ ਸ਼ੁਰੂ ਹੋ ਜਾਂਦੀਆਂ ਤੇ ਉਹਨਾਂ ਦੀ ਡਿਮਾਂਡਸ ਨੂੰ ਪੂਰੇ ਕਰਨ ਦੇ ਲਈ ਉਹਨਾਂ ਨੂੰ ਇਹ ਸਭ ਚੀਜ਼ਾਂ ਕਰਨੀਆਂ ਪੈਂਦੀਆਂ ਨੇ। ਤੇ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਪ੍ਰੋਡਿਊਸਰ ਵੀ ਮਤਲਬ ਜਾਂ ਮਿਲੇ ਹੋਏ ਨੇ ਜਾਂ ਸੱਚੀ ਉਹਨਾਂ ਨਾਲ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ? ਪ੍ਰੋਡਿਊਸਰ ਬਹੁਤ ਸਮਝਦਾਰ ਨੇ ਜੀ, ਪ੍ਰੋਡਿਊਸਰ ਇੰਨੇ ਸਮਝਦਾਰ ਨੇ ਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਜਦੋਂ ਬੇਇੰਤਹਾ ਨੈਗੇਟਿਵਿਟੀ, ਬੇਇੰਤਹਾ ਗਲਤ ਸੀਨਸ ਜੀ ਧਰਮ ਦੇ ਖਿਲਾਫ ਜਾਂ ਮਰਿਆਦਾ ਦੇ ਖਿਲਾਫ ਜਾ ਕੇ ਕਰਾਂਗੇ ਤੇ ਕੁਝ ਜਿਹੜੇ ਸ਼ਰਾਰਤੀ ਤੱਤਵ ਕਹਿ ਲਓ ਜਾਂ ਕੁਝ ਜਿਹੜੇ ਗਲਤ ਲੋਕ ਅਨਸਰ ਕਹਿ ਲਓ, ਇਸ ਚੀਜ਼ ਨੂੰ ਬਹੁਤ ਭੁੰਨਣਗੇ, ਵਾਇਰਲ ਕਰਨਗੇ ਤੇ ਸਾਡਾ ਕੰਟੈਂਟ ਹੋਰ ਵਿਕੇਗਾ। ਗੱਲ ਤੇ ਇਹ ਹੈ ਕਿ ਉਹ ਚੇਨ ਤੋੜਨੀ ਹੈ। ਮੈਂ ਫਿਰ ਕਹਿ ਰਿਹਾ ਕਿ ਉਹਨਾਂ ਦੀ ਗਲਤੀ ਹੈ
ਜਿਹੜੇ ਇਹ ਐਪਸ 'ਚ ਚਲਾਉਂਦੇ ਪਏ ਨੇ, ਜਿਹੜੇ ਇਹਨੂੰ ਰਿਕਾਰਡ ਕਰਦੇ ਪਏ ਨੇ, ਜਿਹੜੇ ਇਹਦੇ ਕੰਟੈਂਟ ਰਾਈਟਰਸ ਨੇ, ਇਹ ਨਹੀਂ ਦੇਖਦੇ ਕਿ ਕਿਸੇ ਧਰਮ ਦੀ ਭਾਵਨਾਵਾਂ ਆਹਤ ਹੋ ਰਹੀਆਂ, ਕਿਸੇ ਇੱਕ ਬੱਚੇ ਦੇ ਮਾਨਸਿਕਤਾ ਤੇ ਕੀ ਅਸਰ ਪੈ ਰਿਹਾ ਹੈ। ਬਿਲਕੁਲ ਨਹੀਂ। ਉਹਨਾਂ ਨੂੰ ਪਤਾ ਹੈ ਕਿ ਜੇ ਚਰਚਾ ਹੋਏਗੀ ਤਾਂ ਵੀ ਸਾਡਾ ਕੰਟੈਂਟ ਵਿਕੇਗਾ, ਜੇ ਇੱਥੇ ਧਰਨੇ ਲੱਗਣਗੇ, FIR ਦਰਜ ਹੋਏਗੀ, ਫਿਰ ਵੀ ਸਾਡਾ ਕੰਟੈਂਟ ਵਧੇਗਾ। ਮਤਲਬ ਉਹਨਾਂ ਦੀ ਜਿਹੜੀ ਅੰਦਰ ਦੀ ਆਤਮਾ ਹੈ ਨਾ, ਉਹ ਪੂਰੀ ਤਰ੍ਹਾਂ ਮਰ ਚੁੱਕੀ ਹੈ। ਦੇ ਆਰ ਓਨਲੀ ਮਨੀ ਮਾਈਂਡਡ ਪੀਪਲ। ਮੈਨੂੰ ਕੋਈ ਕਹਿਣ 'ਚ ਹਰਜ ਨਹੀਂ ਹੈ, ਮੈਂ ਵੀ ਉਸ ਇੰਡਸਟਰੀ ਦਾ ਹਿੱਸਾ ਹਾਂ, ਇੱਕ ਅਲੱਗ ਐਂਗਲ ਤੋਂ, ਇੱਕ ਅਲੱਗ ਕੰਸਲਟੈਂਟ ਦੇ ਤੌਰ ਤੇ। ਅੱਛਾ ਕੰਟੈਂਟ ਵੀ ਹੈ, ਉਸ ਚੀਜ਼ ਦੇ ਵਿੱਚੋਂ ਕੰਟੈਂਟ ਹੀ ਮਰ ਜਾਂਦਾ। ਜਦੋਂ ਇੱਕ ਨੈਗੇਟਿਵ ਚੀਜ਼ ਤੁਹਾਨੂੰ ਦਿਖਾ ਕੇ ਤੁਹਾਡਾ ਮਾਈਂਡ ਨੂੰ ਇੰਨਾ ਜ਼ਿਆਦਾ ਬ੍ਰੇਨ ਵਾਸ਼ ਹੋ ਜਾਏਗਾ ਤੇ ਤੁਸੀਂ ਅੱਛੇ ਕੰਟੈਂਟ ਵੱਲ ਜਾਓਗੇ ਹੀ ਨਹੀਂ। ਔਰ ਉਹਦੇ ਵਿੱਚ ਅੱਛਾ ਆਰਟਿਸਟ ਪਿੱਛੇ ਰਹਿ ਜਾਏਗਾ, ਅੱਛਾ ਸਿੰਗਰ ਪਿੱਛੇ ਰਹਿ ਜਾਏਗਾ, ਅੱਛੀਆਂ ਜਿੰਨੀਆਂ ਵੀ ਸਕ੍ਰਿਪਟ ਹੈ ਉਹ ਸਾਰੀਆਂ ਮਰ ਜਾਣਗੀਆਂ, ਔਰ ਉਹਨਾਂ ਦਾ ਹੌਸਲਾ। ਔਰ ਇੱਕ ਟਾਈਮ ਤੇ ਆ ਕੇ ਫਿਰ ਜਿਹੜੀ ਗੱਲ ਤੁਸੀਂ ਗੱਲ ਕਹੀ ਕਿ ਉਹ ਐਕਟਰੈਸ ਨੇ ਕੀਤਾ ਜਾਂ ਕਰਾਇਆ, ਮਗਰ ਫਿਰ ਵੀ ਉਹਨੂੰ ਲਾਅ ਜਾਂ ਸਾਡਾ ਜਿਹੜਾ ਇੱਕ ਸਮਾਜ ਹੈ ਜਾਂ ਧਰਮ ਹੈ ਅਲਾਉ ਨਹੀਂ ਕਰਦਾ ਕਿ ਉਹਨਾਂ ਕੋਲ ਕੋਈ ਵੀ ਐਕਸਕਿਊਜ਼ ਹੈ ਕਿ ਉਹ ਕੋਈ ਵੀ ਐਸਾ ਕੰਮ ਕਰਨ ਜਿਹੜਾ ਸਮਾਜ ਨੂੰ ਖਰਾਬ ਕਰੇ, ਸਮਾਜ ਨੂੰ ਦਿਸ਼ਾਹੀਨ ਕਰੇ। ਜੀ, ਸੋ ਇਸ ਦੇ ਨਾਲ ਤੁਸੀਂ ਧਰਮ ਦੀ ਜਿਵੇਂ ਸਰ ਗੱਲ ਕਰ ਹੀ ਦਿੱਤੀ ਸੀ, ਤੇ ਤੁਹਾਨੂੰ ਪਤਾ ਹੀ ਹੋਏਗਾ ਕਿ ਹਾਲ ਹੀ ਦੇ ਵਿੱਚ ਕੁਝ ਵੈਬ ਸੀਰੀਜ਼ ਇਹੋ ਜਿਹੀਆਂ ਵੀ ਲਾਂਚ ਹੋਈਆਂ ਨੇ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ, ਕੋਵਿਡ ਦਾ ਸਮਾਂ ਚੱਲ ਰਿਹਾ, ਮਤਲਬ ਲੋਕਾਂ 'ਚ ਸੋਸ਼ਲ ਡਿਸਟੈਂਸਿੰਗ ਮੇਨਟੇਨ ਕੀਤੀ, ਮਤਲਬ ਕਰਨੀ, ਇੱਕ ਸਾਵਧਾਨੀ ਵਰਤਣੀ ਚਾਹੀਦੀ ਹੈ, ਔਰ ਇਹ ਚੀਜ਼ਾਂ ਹੋ ਵੀ ਰਹੀਆਂ ਨੇ। ਬਟ ਇਹੋ ਜਿਹਾ ਕੰਟੈਂਟ ਸ਼ਰੇਆਮ ਪ੍ਰੋਵਾਈਡ ਕਰਨਾ ਜਾਂ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਆਹਤ ਕਰਨਾ, ਕੱਲ੍ਹ ਨੂੰ ਲੋਕ ਮਤਲਬ ਇਹਨਾਂ ਚੀਜ਼ਾਂ ਹਿੰਸਾ ਦੇ ਵਿੱਚ ਆ ਕੇ ਲੋਕ ਕੋਈ ਇੱਦਾਂ ਦਾ ਸਟੈਪ ਚੁੱਕਦੇ ਨੇ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਬਹੁਤ ਵੱਡਾ ਮਤਲਬ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਫਿੱਕ ਪੈ ਰਿਹਾ ਜਾਂ ਫਿਰ ਲੋਕਾਂ ਨੂੰ ਗਲਤ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰ ਰਹੀਆਂ ਨੇ ਇਹੋ ਜਿਹੀਆਂ ਚੀਜ਼ਾਂ? ਬਿਲਕੁਲ, ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੂੰਗਾ, ਕਿਉਂਕਿ ਮੈਂ ਕਿਸੇ ਪਾਰਟਿਕੂਲਰ ਧਰਮ ਦੀ ਗੱਲ ਨਹੀਂ ਕਰਦਾ। ਤੁਸੀਂ ਸੁਣਿਆ ਹੋਣਾ ਕਿ ਮਾਨਵ ਬੰਬ ਬਣਦੇ ਨੇ। ਮਾਨਵ ਬੰਬ, ਜਦੋਂ ਇੱਕ ਬੰਦਾ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੁੰਦਾ ਹੈ, ਉਹ ਯੰਗ ਏਜ ਵਿੱਚ ਹੈ, ਆਪਣੀ ਲਾਈਫ ਨੂੰ ਅੱਗੇ ਮਿਹਨਤ ਕਰਨਾ ਚਾਹੁੰਦਾ ਹੈ, ਔਰ ਉਹਨੂੰ ਇੱਕ ਕੁਝ ਐਸੇ ਗਰੁੱਪ ਮਿਲਦੇ ਨੇ, ਉਹ ਕਿਸੇ ਵੀ ਧਰਮ ਦੇ ਹੋਣ, ABCD, ਔਰ ਉਹਨੂੰ ਇੰਨਾ ਉਹਨਾਂ ਦਾ ਮਾਈਂਡ ਮੇਕਅਪ ਕਰ ਦਿੰਦੇ ਕਿ ਉਹ ਬੰਦਾ ਆਪਣੇ ਆਪ ਨੂੰ ਬੰਬ ਲਾ ਕੇ ਉਡਾ ਦਿੰਦਾ। ਤੁਸੀਂ ਇਹ ਸੋਚੋ ਕਿ ਉਹਦੀ ਮਾਨਸਿਕਤਾ ਤੇ ਕੀ ਅਸਰ ਹੁੰਦਾ ਹੋਏਗਾ। ਅਗਰ ਤੁਸੀਂ ਇਸ ਤਰ੍ਹਾਂ ਦੀਆਂ ਵੈਬ ਸੀਰੀਜ਼ 24/7 ਦੇਖੋਗੇ, ਜਦੋਂ ਕੋਵਿਡ ਦੇ ਪੀਰੀਅਡ ਦੇ ਵਿੱਚ ਤੁਹਾਨੂੰ ਆਪਣੇ ਘਰਾਂ 'ਚ ਰਹਿਣਾ ਪੈ ਰਿਹਾ ਸੀ, ਔਰ ਇਸ ਸਮੇਂ ਦੇ ਵਿੱਚ ਹੀ ਕੁਝ ਲੋਕਾਂ ਨੇ ਜਿਹੜੀ ਉਹਦਾ ਲੈਵਲ ਆਫ ਵੈਬ ਸੀਰੀਜ਼ ਹੈ ਇੰਨਾ ਗਿਰਾ ਦਿੱਤਾ। ਫਿਰ ਉਹੀ ਗੱਲ ਕਿ ਉਹਦੇ ਵਿੱਚ ਅਹਿੰਸਾ, ਨੈਗੇਟਿਵਿਟੀ ਇੰਨਾ ਜ਼ਿਆਦਾ ਦਿਖਾਇਆ ਕਿ ਸਿਰਫ ਸਾਡੇ ਸਬਸਕ੍ਰਾਈਬਰ ਵਧਣ। ਜਿਹੜਾ ਬੰਦਾ ਆਪਣੇ ਕੰਮ ਸਮਾਜ ਤੋਂ ਫ੍ਰੀ ਹੈ, ਉਹਦਾ ਬਿਜ਼ਨਸ ਨਹੀਂ ਚੱਲਦਾ, ਉਹ ਘਰ 'ਚ ਵਿਹਲਾ ਬੈਠਾ ਹੈ, ਅਗਰ ਉਹ ਕ੍ਰਾਈਮ ਸੀਨਸ ਦੇਖ ਰਿਹਾ ਹੈ, ਅਗਰ ਉਹ ਅਹਿੰਸਾ ਦੇਖ ਰਿਹਾ ਹੈ, ਅਗਰ ਉਹ ਬਹੁਤ ਜਿਹੜੀਆਂ ਵਾਇਲੇਸ਼ਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਜਿਹਦੇ ਵਿੱਚ ਮਤਲਬ ਮੈਂ ਸ਼ਬਦਾਂ ਦਾ ਪ੍ਰਯੋਗ ਹੀ ਨਹੀਂ ਕਰਨਾ ਚਾਹੁੰਦਾ, ਮਤਲਬ ਉਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਦੇਖ ਕੇ ਉਹਦੇ ਤੇ ਅਸਰ ਜਿਹੜਾ ਪੈ ਰਿਹਾ, ਤੇ ਫਿਰ ਉਹ ਐਕਟ ਵੀ ਉੱਦਾਂ ਦਾ ਕਰੇਗਾ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ, ਅਸੀਂ ਆਪਣੇ ਚੈਨਲ ਦੇ ਮਾਧਿਅਮ ਥਰੂ ਹੀ 3-4 ਨਿਊਜ਼ ਤੇ ਕਰ ਹੀ ਚੁੱਕੇ ਹਾਂ ਕਿ ਜਿਹਦੇ ਵਿੱਚ ਇੱਕ ਬ੍ਰਦਰ ਨੇ ਮਿਸਬਿਹੇਵ ਕੀਤਾ ਆਪਣੀ ਸਿਸਟਰ ਦੇ ਨਾਲ, ਇੱਕ ਚਾਚੇ ਨੇ ਕੀਤਾ ਆਪਣੀ ਰਿਸ਼ਤੇਦਾਰ ਨਾਲ। ਸੋ ਜਿਹੜੀ ਇਹ ਗੱਲ ਨਹੀਂ ਕਿ ਇਹ ਹੁੰਦਾ ਨਹੀਂ ਆਇਆ, ਇਹ ਸਮਾਜਿਕ ਕੁਰੀਤੀ ਪਹਿਲੇ ਵੀ ਸੀਗੀ, ਮਗਰ ਜਦੋਂ ਇੱਕ ਐਸਾ ਹਥਿਆਰ ਜਿਹੜਾ ਤੁਹਾਡੇ ਦਿਮਾਗ ਦੇ ਉੱਤੇ ਐਸੀ ਨੈਗੇਟਿਵਿਟੀ ਪਾ ਦਿੰਦਾ ਹੈ, ਐਸੀ ਨੈਗੇਟਿਵਿਟੀ ਮਤਲਬ ਤੁਹਾਨੂੰ ਇੱਕ ਆਈਡੀਆਜ਼ ਬਣੇ ਬਣਾਏ ਦੇ ਦਿੰਦਾ ਹੈ। ਜਿੱਦਾਂ ਉਹ ਸੱਸ ਬਹੂ ਦੇ ਪ੍ਰੋਗਰਾਮ ਦੇ ਵਿੱਚ ਪਤਾ ਸੀਗਾ ਕਿ ਸੱਸ ਨੇ ਨੂੰਹ ਨੂੰ ਕਿੱਦਾਂ ਤੰਗ ਕਰਨਾ, ਨੂੰਹ ਨੇ ਸੱਸ ਨੂੰ ਕਿੱਦਾਂ ਕਰਨਾ, ਰੈਡੀਮੇਡ ਚੀਜ਼ਾਂ ਸੀ। ਵੈਬ ਸੀਰੀਜ਼ ਵੀ ਬਣੀਆਂ ਬਣਾਈਆਂ ਤੁਹਾਨੂੰ ਕ੍ਰਿਮੀਨਲ ਜਿਹੜੇ ਪਲੇਟਫਾਰਮ ਹੈ ਉਹ ਪ੍ਰੋਵਾਈਡ ਕਰ ਰਿਹਾ ਹੈ, ਔਰ ਜਦੋਂ ਉਹਦਾ ਅਸਰ ਹੋਊਗਾ, ਉਹੀ ਅਸਰ ਤੁਹਾਡੇ ਬੱਚਾ, ਤੁਹਾਡੇ ਘਰ ਦਾ ਕੋਈ ਬਜ਼ੁਰਗ, ਤੁਹਾਡਾ ਘਰ ਦਾ ਸਰਵੈਂਟ, ਘਰ ਦਾ ਕੋਈ ਵੀ ਬੰਦਾ ਉਹ ਐਕਟ ਕਰ ਸਕਦਾ। ਔਰ ਇਹ ਤੇ ਵਿਸਫੋਟਕ ਸਥਿਤੀ ਹੈ ਕਿ ਤੁਹਾਡਾ ਮਾਈਂਡ ਵਾਸ਼ ਐਸਾ ਹੋ ਜਾਂਦਾ ਕਿ ਤੁਸੀਂ ਉਸ ਚੀਜ਼ ਬਾਰੇ ਕਰਨਾ ਸ਼ੁਰੂ ਕਰ ਦਿੰਦੇ ਹੋ। ਜਦੋਂ ਤੁਸੀਂ ਧਾਰਮਿਕ ਬੁੱਕਸ ਪੜ੍ਹਦੇ ਹੋ, ਜਦੋਂ ਤੁਸੀਂ ਧਾਰਮਿਕ ਫੋਟੋ ਦੇਖਦੇ ਹੋ, ਤੁਹਾਨੂੰ ਉਸ ਤਰ੍ਹਾਂ ਦੇ ਔਰਾ ਅਸਰ ਆਉਂਦਾ। ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਕਿਉਂਕਿ ਵੈਬ ਸੀਰੀਜ਼ ਦੇ ਚਰਚਾ ਲਈ ਅਸੀਂ ਕਿਉਂ ਡਿਸਾਈਡ ਕੀਤਾ। ਯੂਅਰ ਵਰਲਡ ਨਿਊਜ਼ ਇਸ ਤਰ੍ਹਾਂ ਦੇ ਟੌਪਿਕ ਤੁਹਾਡੇ ਅੱਗੇ ਲਿਆਉਣਾ ਚਾਹੁੰਦਾ ਹੈ ਕਿ ਜਿਹੜੇ ਆਮ ਰੂਟੀਨ ਤੋਂ ਹਟ ਕੇ ਹੋਣ, ਜਿਹੜੀਆਂ ਤੁਹਾਡੀਆਂ ਆਉਣ ਵਾਲੇ ਫਿਊਚਰ, ਪਾਸਟ, ਪ੍ਰੈਜ਼ੈਂਟ ਸਭ ਤੇ ਇਫੈਕਟ ਕਰਨ, ਜਿਹੜਾ ਪੋਜ਼ਿਟਿਵ ਸਾਨੂੰ ਸੋਚਣ ਤੇ ਮਜਬੂਰ ਕਰਨ। ਮੈਨੂੰ ਇੱਕ ਮੇਰੇ ਦੋਸਤ ਦਾ ਫੋਨ ਆਇਆ ਤੇ ਉਹਨਾਂ ਦੱਸਿਆ ਕਿ ਤੁਸੀਂ ਫਲਾਣੀ ਵੈਬ ਸੀਰੀਜ਼ ਦੇਖਣਾ, ਮਗਰ ਦੇਖਣਾ ਹੈੱਡਫੋਨ ਲਾ ਕੇ ਔਰ ਇਕੱਲੇ। ਉਹਦੇ ਉਹ ਦੋ ਸ਼ਬਦਾਂ ਨੇ ਮੈਨੂੰ ਹਿਲਾ ਦਿੱਤਾ ਕਿ ਇਕੱਲੇ ਜਾਂ ਹੈੱਡਫੋਨ। ਮੈਂ ਕਿਹਾ ਜੀ ਕਿਉਂ?
ਕਹਿੰਦਾ ਜੀ ਉਹਦੇ 'ਚ ਗਾਲਾਂ ਬਹੁਤ ਹੈ। ਠੀਕ ਹੈ। ਔਰ ਆਪਾਂ ਕਿਸੇ ਚੀਜ਼ ਦੀ ਕੋਈ ਗੱਡੀ ਲੈਂਦੇ ਹਾਂ, ਕੋਈ ਚੀਜ਼ ਲੈਂਦੇ ਹਾਂ ਤਾਂ ਅਸੀਂ ਕਹਿੰਦੇ ਕਿ ਇਹ ਕਿਸ ਤਰ੍ਹਾਂ ਦੀ ਚੀਜ਼ ਹੈ, ਕਿੰਨੇ ਦੀ ਚੀਜ਼ ਹੈ। ਉਹ ਕਹਿੰਦੇ ਜੀ ਇਹ ਮਹਿੰਗੀ ਚੀਜ਼ ਹੈ, ਇਹਦੀ ਕੁਆਲਿਟੀ ਇਹ ਹੈ, ਇਹਦੇ 'ਚ ਇਹ ਹੈ। ਵੈਬ ਸੀਰੀਜ਼ ਦੇ ਵਿੱਚ ਇਹ ਯਾਰ ਉਹਦੇ 'ਚ ਇਹ ਹੈ, ਇਹਦੇ 'ਚ ਇਹ ਹੈ। ਮਤਲਬ ਤੁਹਾਡੇ ਜਿਹੜੇ ਸਹੀ ਕੰਟੈਂਟ ਹੈ ਉਹ ਜ਼ੀਰੋ, ਮਗਰ ਇਹ ਸਾਰੀਆਂ ਨੈਗੇਟਿਵਿਟੀਜ਼ ਇਸ ਲਈ ਉਹ ਚਰਚਾ ਦਾ ਵਿਸ਼ੇ ਬਣ ਜਾਂਦੀਆਂ ਨੇ। ਸੋ ਇੱਕ ਜੇਕਰ ਗੱਲ ਕਰੀਏ ਆਪਾਂ ਸਕੂਲ ਦੀ, ਤਾਂ ਸਕੂਲ ਘਰ ਤੋਂ ਬਾਅਦ ਸੈਕਿੰਡ ਸਟੇਜ ਆ ਜਾਂਦੀ ਬੱਚੇ ਦੀ, ਜਿੱਥੇ ਉਹ ਸਿੱਖਿਆ ਲੈਂਦਾ, ਉਹਨੂੰ ਪ੍ਰੋਪਰ ਮੋਰਲ ਵੈਲਿਊਜ਼ ਤੇ ਪੜ੍ਹਾਈ ਦਾ ਸਾਰਾ ਗਿਆਨ ਜਿਹੜਾ ਟੀਚਰਸ ਵੱਲੋਂ ਦਿੱਤਾ ਜਾਂਦਾ। ਇੱਕ ਵੈਬ ਸੀਰੀਜ਼ ਦੇ ਵਿੱਚ ਇੱਕ ਇਹੋ ਜਿਹਾ ਸੀਨ ਦਿਖਾਇਆ ਕਿ ਬੱਚੇ ਵੱਲੋਂ ਹਥੌੜਾ ਲਿਜਾ ਕੇ ਦੂਸਰੇ ਦੇ ਸਿਰ 'ਚ ਮਾਰਿਆ ਜਾਂਦਾ ਸਕੂਲ ਦੇ ਵਿੱਚ ਜੀ। ਤੇ ਕਿਤੇ ਨਾ ਕਿਤੇ ਇਹੋ ਜਿਹੀਆਂ ਚੀਜ਼ਾਂ ਜਦੋਂ ਬੱਚੇ ਦੇਖਦੇ ਤਾਂ ਉਹਨਾਂ ਤੇ ਕਿੱਦਾਂ ਦਾ ਅਸਰ ਪਏਗਾ ਸਰ? ਦੇਖੋ, ਤੁਸੀਂ ਇਹ ਨਿਊਜ਼ ਸੁਣਦੇ ਹੋਵੋਗੇ, ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ ਕਈ ਜਗ੍ਹਾ ਤੇ ਕਈ ਸਕੂਲ ਦੇ ਵਿੱਚ ਬੱਚਿਆਂ ਨੇ ਗਨਸ ਲਿੱਤੀਆਂ ਜੀ, ਔਰ ਨੰਬਰ ਆਫ ਸਟੂਡੈਂਟਸ ਨੂੰ ਵਿਦਨ ਅ ਮਿੰਟ ਸ਼ੂਟ ਕਰ ਦਿੱਤਾ। ਤੁਹਾਨੂੰ ਪਤਾ ਕਿਉਂ? ਅੱਜ ਜਿੰਨੇ ਵੀ ਯੂਰਪ ਕੰਟਰੀਜ਼ ਨੇ ਉਹ ਡਿਪਰੈਸ਼ਨ ਔਰ ਸਟ੍ਰੈਸ ਦਾ ਸ਼ਿਕਾਰ ਨੇ। ਉੱਥੇ ਸਪੈਸ਼ਲੀ ਕਲਾਸਿਸ ਚੱਲਦੀਆਂ, ਔਰ ਸਪੈਸ਼ਲੀ ਇਹਦੇ ਲਈ ਮਤਲਬ ਕਾਉਂਸਲਿੰਗ ਹੁੰਦੀ ਹੈ ਕਿ ਸਾਡੇ ਦਿਮਾਗ ਤੇ ਅਸਰ ਪੈਂਦਾ। ਜਿੱਦਾਂ ਅਸੀਂ ਪਹਿਲੇ ਗੱਲ ਤੇ ਚਰਚਾ ਕਰ ਚੁੱਕੇ ਹਾਂ ਜੀ, ਵੈਬ ਸੀਰੀਜ਼ ਦਾ ਸਤਰ ਇੰਨਾ ਗਿਰ ਚੁੱਕਾ ਹੈ ਕਿ ਇਹ ਪਤਾਲ ਲੋਕ 'ਚ ਪਹੁੰਚ ਚੁੱਕੀਆਂ ਨੇ। ਜਿਹੜੀ ਤੁਸੀਂ ਵੈਬ ਸੀਰੀਜ਼ ਦੇ ਸੀਨ ਦੀ ਗੱਲ ਕਰ ਰਹੇ ਹੋ ਜੀ, ਇਹ ਵੈਬ ਸੀਰੀਜ਼ ਦਾ ਜਿਹੜਾ ਨਾਮ ਹੈ ਮੈਨੂੰ ਲੱਗਦਾ ਪਤਾਲ ਲੋਕ ਹੀ ਹੈ। ਇਹ ਮੈਂ ਪੂਰੀ ਨਹੀਂ ਦੇਖੀ, ਮੈਂ ਜਸਟ ਇਸ ਚਰਚਾ ਸੁਣੀ ਸੀ ਇਸ ਸੀਨਸ ਦੇ ਉੱਤੇ ਕਿ ਅਗਲੇ ਕਹਿੰਦੇ ਨੇ ਕਿ ਅਸੀਂ ਜਦੋਂ ਘਟੀਆ ਤੋਂ ਘਟੀਆ ਕੰਟੈਂਟ ਦਾਂਗੇ ਜੀ, ਜਦੋਂ ਮਾੜੇ ਤੋਂ ਮਾੜਾ ਕੰਟੈਂਟ ਦਾਂਗੇ ਤਾਂ ਹੀ ਤੁਸੀਂ ਸਾਡੇ ਬਾਰੇ ਚਰਚਾ ਕਰੋ ਜਿਹੜੇ ਅਸੀਂ ਕਰ ਰਹੇ ਹਾਂ ਜੀ। ਮਗਰ ਅਸੀਂ ਉਹਨਾਂ ਦੀ ਕਮਰ ਤੋੜਾਂਗੇ ਜਦੋਂ ਅਸੀਂ ਉਹਨਾਂ ਨੂੰ ਸਬਸਕ੍ਰਾਈਬ ਨਹੀਂ ਕਰਾਂਗੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਪਹਿਲੇ ਤੁਸੀਂ ਕੁਐਸਚਨ ਕਰ ਰਹੇ ਸੀ, ਅਸੀਂ ਉਹਦੇ ਤੇ ਰਹੀਏ ਪਹਿਲੇ, ਕਿ ਬੱਚਿਆਂ ਦੇ ਅਸਰ ਜੀ। ਬਿਲਕੁਲ ਛੋਟੀ ਉਮਰ ਦੇ ਵਿੱਚ ਇੱਕ ਬੱਚੇ ਨੂੰ ਪਤਾ ਨਹੀਂ ਸੀ, ਸਾਨੂੰ ਇੱਕ ਸਰਟਨ ਏਜ ਤੱਕ ਨਹੀਂ ਪਤਾ ਸੀਗਾ ਕਿ ਕੁਝ ਚੀਜ਼ਾਂ ਜਿਹੜੀਆਂ ਸਮਾਜ ਵਿੱਚ ਕਿਉਂ ਹੁੰਦੀਆਂ ਨੇ। ਮੈਂਟਲ ਫਿਜ਼ੀਕਲ ਮੈਚੁਰਿਟੀ ਜਦੋਂ ਟਾਈਮ ਦੇ ਨਾਲ ਆਉਂਦੀ ਹੈ ਉਦੋਂ ਹੀ ਚੰਗੀ ਲੱਗਦੀ ਹੈ। ਮਗਰ ਅੱਜ ਦੇ ਛੋਟੇ ਬੱਚੇ, ਜਿਹੜੇ ਤੁਸੀਂ ਬੱਚਿਆਂ ਦੀ ਗੱਲ ਕਰ ਰਹੇ ਹੋ, ਅੱਜ ਈ ਕਲਾਸਿਸ ਸ਼ੁਰੂ ਹੋ ਗਈਆਂ ਨੇ। ਅਸੀਂ ਜਿਹੜੀਆਂ ਕਲਾਸਿਸ ਹੈ, ਜਿਹੜੇ ਸਕੂਲ ਟੀਚਰ ਹੈਗੇ ਉਹ ਫੋਨ ਤੇ ਤੁਹਾਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਮੈਂ ਇੱਕ ਚੀਜ਼ ਪੁੱਛਦਾ ਕਿ ਉਹ ਸੀਨ ਤੁਸੀਂ ਤੇ ਚਲੋ ਪਰਸਨਲ ਦੇਖ ਰਹੇ ਹੋ, ਅਗਰ ਤੁਹਾਡਾ ਬੱਚਾ ਕਲਾਸ ਯੂਜ਼ ਕਰਦੇ ਕਰਦੇ ਤੁਸੀਂ ਇੱਧਰ ਉੱਧਰ ਹੋਏ, ਉਸ ਤੋਂ ਬਾਅਦ ਇੱਕ ਸੀਨ ਲੱਗ ਜਾਂਦਾ ਹੈ, ਉਹਦੀ ਮਾਨਸਿਕਤਾ ਤੇ ਅਸਰ ਪਏਗਾ ਕਿ ਨਹੀਂ ਪਏਗਾ? ਇਹ ਤੁਸੀਂ ਇੱਕ ਐਜ਼ ਅ ਪੱਤਰਕਾਰ ਦੱਸੋ, ਐਜ਼ ਅ ਫੈਮਿਲੀ ਮੈਂਬਰ ਦੱਸੋ ਕਿ ਕੀ ਅਸਰ ਪੈਂਦਾ? ਐਗਜ਼ੈਕਟ ਸਰ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਤੇ ਬੱਚਿਆਂ ਦੀ ਮਾਨਸਿਕਤਾ ਤੇ ਅਸਰ ਬਹੁਤ ਜ਼ਿਆਦਾ ਪੈਂਦਾ, ਕਿਉਂਕਿ ਜਦੋਂ ਬੱਚਾ ਬਚਪਨ ਦੇ ਵਿੱਚ ਹੁੰਦਾ ਤੇ ਉਹਦਾ ਮਾਈਂਡ ਜਿਹੜਾ ਉਹ ਬਹੁਤ ਹੀ ਜ਼ਿਆਦਾ ਕੋਮਲ ਹੁੰਦਾ। ਜਿਹੋ ਜਿਹੀਆਂ ਚੀਜ਼ਾਂ ਨੂੰ ਦਿਖਾਈਆਂ ਜਾਂਦੀਆਂ ਨੇ, ਜਿਹੋ ਜਿਹੀਆਂ ਚੀਜ਼ਾਂ ਉਹਦੇ ਅੱਗੇ ਪ੍ਰੈਜ਼ੈਂਟ ਕੀਤੀਆਂ ਜਾਂਦੀਆਂ ਨੇ, ਉਹ ਜਿਹੀ ਚੀਜ਼ਾਂ ਬੋਲਦਾ। ਹੁਣ ਆਪਾਂ ਘਰ ਦੇ ਵਿੱਚ ਬੱਚੇ ਨੂੰ ਮਾਂ ਸ਼ਬਦ ਕਹਿਣਾ ਸਿਖਾਉਂਦੇ ਹਾਂ, ਔਰ ਬੱਚਾ ਸੁਣ ਕੇ ਇੰਪਲੀਮੈਂਟ ਕਰਦਾ, ਉਹਦੇ ਮਾਈਂਡ ਦੇ ਵਿੱਚ ਮਾਂ ਸ਼ਬਦ ਘੁੰਮਦਾ ਤਾਂ ਉਹ ਬੋਲਦਾ, ਐਗਜ਼ੈਕਟ ਉਹ ਚੀਜ਼ਾਂ ਨੂੰ ਬੋਲਦਾ। ਔਰ ਜਿਹੋ ਜਿਹੀਆਂ ਚੀਜ਼ਾਂ ਬੱਚਿਆਂ ਦੇ ਸਾਹਮਣੇ ਤੁਸੀਂ ਕਰਦੇ ਹੋ, ਜਾਂ ਫੈਮਿਲੀ 'ਚ ਜਿਹੋ ਜਿਹਾ ਬਿਹੇਵੀਅਰ ਜਾਂ ਜਿਹੋ ਜਿਹਾ ਟੀਵੀ ਸਕਰੀਨਿੰਗ ਤੇ ਬੱਚਾ ਜੋ ਚੀਜ਼ਾਂ ਦੇਖਦਾ, ਨੈਚੁਰਲ ਜੀ ਗੱਲ ਹੈ ਉਹਦੇ ਤੇ ਇਸ ਚੀਜ਼ ਦਾ ਅਸਰ ਪਏਗਾ ਹੀ ਪਏਗਾ। ਤੇ ਜਿਹੜਾ ਬੱਚਾ ਤੁਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਮੈਂ ਉੱਥੇ ਲਿਆਣਾ ਕਿ ਅਗਰ ਉਹ ਥੋੜਾ ਲੈ ਕੇ ਗਿਆ, ਉਹਨੇ ਉਹਦਾ ਸਿਰ ਤੇ ਮਾਰਿਆ, ਤੇ ਕੱਲ ਨੂੰ ਅਗਰ ਸਕੂਲਾਂ ਦੇ ਵਿੱਚ ਬੱਚਿਆਂ ਦੀਆਂ ਛੋਟੀ ਛੋਟੀ ਗੱਲਾਂ ਤੇ ਨੋਕ ਝੋਕ ਹੋ ਜਾਂਦੀ ਹੈ, ਮਤਲਬ ਮਿੱਠੀਆਂ ਮਿੱਠੀ ਲੜਾਈ ਝਗੜਾ ਹੁੰਦਾ, ਮਗਰ ਉਹਨੂੰ ਅਗਰ ਅਗਰੈਸਿਵ ਪੰਚ ਲੈ ਲੇਗਾ ਕਿ ਇਹ ਵੀ ਇੱਕ ਹੱਦ ਹੁੰਦੀ ਹੈ, ਉਹਦਾ ਜ਼ਿੰਮੇਵਾਰ ਕੌਣ? ਉਹਦਾ ਪਰਿਵਾਰ ਕੱਲ ਨੂੰ ਬਰਬਾਦ ਹੋ ਜਾਏਗਾ। ਜਿਹਦਾ ਬੱਚੇ ਦੇ ਸੱਟ ਲੱਗੇਗੀ ਉਹਦਾ ਪਰਿਵਾਰ ਬਰਬਾਦ ਹੋ ਜਾਏਗਾ। ਮਗਰ ਉਹਨਾਂ ਨੂੰ ਉਸ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਹਾਡੇ ਤੋਂ ਉਹਨਾਂ ਨੇ ਪੈਸਾ ਲੈਣਾ ਹੈ। ਪੈਸਾ ਇੱਕ ਬੜਾ ਹੀ ਕਮਰਸ਼ੀਅਲ ਉਹਨਾਂ ਦਾ ਇੱਕ ਮਾਈਂਡ ਹੈ ਕਿ ਜਿੰਨੇ ਵੀ ਇਹ ਲੋਕ ਨੇ ਇਹ ਬੜੀ ਛੋਟੀ ਅਮਾਉਂਟ ਲੈਂਦੇ ਨੇ। ਇੰਨੀ ਛੋਟੀ ਅਮਾਉਂਟ ਲੈਂਦੇ ਨੇ ਕਿ ਜਿੱਦਾਂ ਕਿ ਤੁਸੀਂ ਕੋਨ ਖਰੀਦਦੇ ਹੋ 25 ਰੁਪਏ ਦਾ, 30 ਰੁਪਏ ਦਾ, ਤੁਸੀਂ ਇੱਕ ਪੈਕ ਪਾਓ ਤੇ ਚੱਲ ਯਾਰ ਮਹੀਨਾ ਦੇਖ ਲੈਣੇ ਕੀ ਹੈਗਾ, ਅੱਛਾ ਲੱਗਾ ਤੇ ਤੁਹਾਨੂੰ ਸਵਾਦ ਲੱਗ ਗਿਆ। ਇਹਨਾਂ ਦੀ ਕਮਰ ਸਿਰਫ ਤਾਂ ਹੀ ਟੁੱਟੇਗੀ ਕਿ ਜਦੋਂ ਤੁਸੀਂ ਇਹਨਾਂ ਨੂੰ ਅਵੋਇਡ ਕਰਨਾ, ਇਹਨਾਂ ਨੂੰ ਅਨਸਬਸਕ੍ਰਾਈਬ ਕਰਨਾ, ਇਹਨਾਂ ਦੇ ਖਿਲਾਫ ਕੋਈ ਨਾ ਕੋਈ ਸਟੈਪ ਲੋਗੇ ਤਾਂ ਹੀ। ਨਹੀਂ ਤਾਂ ਇੱਕ ਜ਼ਰੂਰ ਮੈਂ ਕਹਿਣਾ ਚਾਹਾਂਗਾ, ਕੋਵਿਡ ਥੋੜੇ ਟਾਈਮ ਲਈ ਹੈ, ਮਗਰ ਇਹ ਚੀਜ਼ਾਂ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਅੰਦਰੋਂ ਖੋਖਲਾ ਕਰ ਦੇਣਗੀਆਂ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜੀ, ਤੁਸੀਂ ਕਿਸੇ ਸ਼ਾਪ ਤੇ ਚਲੇ ਜਾਓ, ਕਿਸੇ ਜਗ੍ਹਾ ਚਲੇ ਜਾਓ, ਜਿਹਨੂੰ ਮਰਜ਼ੀ ਇੰਟਰਵਿਊ ਦੇ ਵਿੱਚ ਪੁੱਛ ਲਓ ਕਿ ਬਿਜ਼ਨਸ ਕਿੱਦਾਂ, ਉਹ ਕਹੇਗਾ ਜੀ ਕੰਮ ਨਹੀਂ ਚੱਲਦਾ। ਔਰ ਤੁਸੀਂ ਥੋੜੀ ਦੇਰ ਬਾਅਦ ਸ਼ੂਟ ਕਰੋ, ਉਹ ਮੋਬਾਈਲ ਤੇ ਲੱਗਾ ਹੋਏਗਾ। ਤੇ ਜੇ ਤੁਹਾਡਾ ਧਿਆਨ ਹੀ ਨਹੀਂ ਹੈ, ਜੇ ਤੁਹਾਡਾ ਧਿਆਨ ਹੀ ਪਬਜੀ ਦੇ ਵਿੱਚ ਹੈ, ਤੁਹਾਡਾ ਧਿਆਨ ਹੀ ਵੈਬ ਸੀਰੀਜ਼ ਦੇ ਵਿੱਚ ਹੈ, ਉਹ ਤੇ ਕਮਾ ਗਏ ਬਟ ਤੁਹਾਡੀਆਂ ਜੜ੍ਹਾਂ ਵੱਢ ਗਏ।
ਇਹ ਤੇ ਅੰਗਰੇਜ਼ ਜਿਹੜੇ ਸੀਗੇ ਡਿਵਾਈਡ ਐਂਡ ਰੂਲ, ਇਹ ਤੇ ਉਹਨਾਂ ਤੋਂ ਵੀ ਖਤਰਨਾਕ ਨੇ। ਪਰ ਸ਼ਰਮ ਨਹੀਂ ਉਸ ਪ੍ਰੋਡਿਊਸਰ, ਡਾਇਰੈਕਟਰ ਔਰ ਐਕਟਰੈਸਿਸ ਨੂੰ ਜਿਹੜੇ ਪੈਸੇ ਲਈ, ਨੇਮ ਲਈ, ਫੇਮ ਲਈ, ਨੇਮ ਫੇਮ ਤੇ ਵੈਸੇ ਮੈਂ ਨਹੀਂ ਮੰਨਦਾ, ਉਹ ਤੇ ਮਤਲਬ ਸਭ ਤੋਂ ਮਾੜਾ ਕੰਮ ਕਰਦੇ ਨੇ, ਚ ਨਾਮ ਕੀ ਹੋਣਾ, ਮਗਰ ਉਹ ਇੱਕ ਪਾਲਿਸੀ ਹੈ ਉਹਨਾਂ ਦੀ ਕਿ ਅਸੀਂ ਗਲਤ ਕਰਾਂਗੇ, ਉਹ ਚਰਚਾ ਬਣੇਗੀ, ਫਿਰ ਸਾਡਾ ਪ੍ਰੋਡਕਟ ਵਿਕੇਗਾ। ਜਦੋਂ ਤੱਕ ਅਸੀਂ ਇਹਨਾਂ ਦੀ ਗੱਲਬਾਤ ਨੂੰ, ਇਹਨਾਂ ਦੀ ਮਕਸਦ ਨੂੰ, ਇਹਨਾਂ ਦੇ ਵਿਸ਼ੇ ਨੂੰ, ਇਹਨਾਂ ਦੀਆਂ ਐਪਸ ਨੂੰ ਤਵੱਜੋ ਦੇਣਾ ਬੰਦ ਨਹੀਂ ਕਰਾਂਗੇ, ਜ਼ੀਰੋ ਨਹੀਂ ਕਰਦੇ, ਉਦੋਂ ਤੱਕ ਅਸੀਂ ਜੰਗ ਨਹੀਂ ਜਿੱਤਾਂਗੇ। ਜੀ ਤੇ ਸਰ ਜੇ ਵਾਇਓਲੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਇਹੋ ਜਿਹੇ ਵੈਬ ਸੀਰੀਜ਼ ਨੇ ਜਿਨ੍ਹਾਂ ਵਿੱਚ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾਂਦਾ ਹੈ, ਸ਼ਰਮ ਗਾਲਾਂ ਕੱਢੀਆਂ ਜਾਂਦੀਆਂ ਨੇ, ਮਾਰਾ ਕਾਟੀ ਕੀਤੀ ਜਾਂਦੀ ਹੈ, ਤੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਲੋਕ ਆਲਰੇਡੀ ਸਫਰ ਕਰ ਰਹੇ ਨੇ ਚੀਜ਼ਾਂ ਤੋਂ, ਬਟ ਕਿਤੇ ਨਾ ਕਿਤੇ ਇਹ ਚੀਜ਼ਾਂ ਉਹਨਾਂ ਦੇ ਪੇਸ਼ੈਂਸ ਲੈਵਲ ਨੂੰ ਹਿੱਟ ਕਰਦੀਆਂ ਨੇ, ਉਹਨਾਂ ਦਾ ਪੇਸ਼ੈਂਸ ਲੈਵਲ ਹੋਰ ਥੱਲੇ ਡਿਗਾ ਦਿੰਦੀਆਂ ਨੇ ਕਿ ਮਤਲਬ ਬੰਦਾ ਪਹਿਲੇ ਵਾਲੇ ਜ਼ਮਾਨਿਆਂ ਦੇ ਵਿੱਚ ਲੋਕਾਂ 'ਚ ਪੇਸ਼ੈਂਸ ਹੁੰਦੀਆਂ ਸੀ, ਲੋਕ ਸੁਣਦੇ ਸੀ, ਪਰ ਅੱਜ ਦੇ ਟਾਈਮ ਤੇ ਕੋਈ ਵੀ ਕਿਸੇ ਦੀ ਦੂਜੇ ਬੰਦੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਹੈ। ਹਰ ਇੱਕ ਇਨਸਾਨ ਨੂੰ ਇਹ ਹੈ ਕਿ ਉਹਨੇ ਕਿਹਾ ਤੇ ਕਿਹਾ ਕਿਸ ਤਰ੍ਹਾਂ, ਪਰ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਕੋਰਿਲੇਟ ਕਰਦੀਆਂ ਚੀਜ਼ਾਂ, ਇਹ ਕਾਰਨ ਹੈ ਕਿਤੇ ਨਾ ਕਿਤੇ ਇਹ? ਮੈਡਮ, ਮੈਂ ਕੱਲ ਇੱਕ ਫਿਲਮ ਦੇਖ ਰਿਹਾ ਸੀ ਰਾਤੀ ਆਪਣੇ ਪਰਿਵਾਰ ਦੇ ਨਾਲ, ਅਰਦਾਸ। ਮੈਨੂੰ ਲੱਗਦਾ ਕਿ ਉਹ ਫਿਲਮ ਸਾਨੂੰ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ, ਔਰ ਉਹ ਫਿਲਮ ਹਿੰਦੀ, ਮਰਾਠੀ, ਬੰਗਾਲੀ, ਜਿੰਨੀਆਂ ਵੀ ਭਾਸ਼ਾ ਉਹਦੇ 'ਚ ਬਣਨੀਆਂ ਚਾਹੀਦੀ ਹੈ। ਉਸ ਫਿਲਮ ਦੇ ਵਿੱਚ ਸੰਯਮ, ਉਸ ਪਰਮਾਤਮਾ ਤੇ ਵਿਸ਼ਵਾਸ, ਜੀ, ਆਪਣੇ ਮਾਂ-ਪਿਓ ਦਾ ਆਦਰ, ਉਹਦੇ ਵਿੱਚ ਬਿਜ਼ਨਸ ਕਿੱਦਾਂ ਕੰਮ ਕਰਨਾ ਹੈ, ਸੱਚਾ ਸੌਦਾ, ਮਤਲਬ ਆਪਣੇ ਅਸੀਂ ਜਿਹੜੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨੂੰ ਕੀ ਦੇਣਾ ਹੈ, ਉਹਦੇ ਬਾਰੇ ਇੰਨੀ ਇੱਕ ਸੋਹਣੀ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਦੱਸੀ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਜੀ। ਮਗਰ ਜਿਹੜੀਆਂ ਸਾਡੀਆਂ ਇਹ ਵੈਬ ਸੀਰੀਜ਼ ਹੈ, ਹਰ ਚੀਜ਼ ਦਾ ਇੱਕ ਮਕਸਦ ਹੁੰਦਾ ਜੀ, ਹਰ ਚੀਜ਼ ਦਾ ਇੱਕ ਮਕਸਦ ਹੁੰਦਾ ਹੈ, ਹਰ ਇੱਕ ਚੀਜ਼ ਦਾ ਇੱਕ ਏਮ ਹੁੰਦਾ ਹੈ ਕਿ ਅਸੀਂ ਕੀ ਚਾਹੁੰਦੇ ਆ, ਕਿਉਂ ਚਾਹੁੰਦੇ ਆ। ਮੈਂ ਤੇ ਤੁਸੀਂ ਮੀਟਿੰਗ ਕਰ ਰਹੇ ਹਾਂ, ਅਸੀਂ ਡਿਸਕਸ਼ਨ ਕਰ ਰਹੇ ਹਾਂ, ਚਰਚਾ ਕਰ ਰਹੇ ਹਾਂ, ਸਾਡਾ ਵੀ ਪਰਪਸ ਹੈ ਲੋਕੀ ਅਵੇਅਰ ਹੋਣ, ਲੋਕੀ ਜਾਗਰੂਕ ਹੋਣ, ਉਹਨਾਂ ਨੂੰ ਕਈ ਕੁਐਸਚਨਸ ਦੇ ਆਨਸਰ ਮਿਲਣ, ਮਗਰ ਉਹਨਾਂ ਦਾ ਮਕਸਦ ਸਿਰਫ ਇੱਕੋ ਹੀ ਹੈ, ਮਨੀ। ਜਦੋਂ ਮਨੀ ਹੀ ਮਕਸਦ ਹੋਏਗਾ ਉਦੋਂ ਬਾਕੀ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਦੇਣਗੇ ਜੀ। ਸੋ ਸਰ, ਐਜ਼ ਅ ਚੈਨਲ ਹੈਡ ਹੋਣ ਦੇ ਨਾਤੇ, ਐਜ਼ ਅ ਸੋਸ਼ਲ ਵਰਕਰ ਹੋਣ ਦੇ ਨਾਤੇ, ਤੁਹਾਨੂੰ ਕੀ ਲੱਗਦਾ ਹੈ ਕਿ ਇਹੋ ਜਿਹੀ ਚੀਜ਼ਾਂ ਤੇ ਰੋਕ ਲਗਾਉਣ ਦੇ ਲਈ ਸਰਕਾਰ ਨੂੰ ਜਾਂ ਫਿਰ ਸੈਂਸਰ ਬੋਰਡ ਨੂੰ ਕਿਹੋ ਜਿਹੇ ਕਦਮ ਚੁੱਕਣੇ ਚਾਹੀਦੇ ਨੇ? ਦੇਖੋ, ਮੈਂ ਆਪਣੇ ਵੱਲੋਂ ਇੱਕੋ ਹੀ ਰਾਏ ਦੇਵਾਂਗਾ, ਸਾਨੂੰ ਐਜ਼ ਏ NGO ਵਰਕ, ਐਜ਼ ਏ ਕਈ ਜਿਹੜੀ ਗਵਰਨਮੈਂਟ ਡਿਪਾਰਟਮੈਂਟ ਹੈ ਉਹਦੇ ਵਿੱਚ ਅਸੀਂ ਆਪਣੀਆਂ ਸੋਸ਼ਲ ਸਰਵਿਸਿਜ਼ ਦਿੰਦੇ ਹਾਂ, ਔਰ ਜੋ ਮੈਂ ਐਕਸਪੀਰੀਅੰਸ ਕੀਤਾ, ਮੈਨੂੰ ਇਹ ਕਹਿਣ 'ਚ ਕੋਈ ਹਰਜ ਨਹੀਂ ਕਿ ਸਾਡੇ ਦੇਸ਼ ਨੂੰ ਸਰਕਾਰਾਂ ਨਾਲੋਂ ਕੋਰਟ ਚਲਾ ਰਹੀ ਹੈ ਜੀ। ਔਰ ਤੁਸੀਂ ਜਿੰਨੀ ਮਰਜ਼ੀ ਅਸੀਂ ਡਿਸਕਸ਼ਨ ਕਰ ਲਈਏ, ਚਰਚਾ ਕਰ ਲਈਏ, ਉਹਦਾ ਇੱਕੋ ਹੀ ਫਾਇਦਾ ਹੈ ਜਦੋਂ ਇੱਕ ਜਾਂ ਬੰਦੇ ਦੇ ਅੰਦਰ ਜ਼ਮੀਰ ਜਾਗ ਜਾਏਗਾ, ਉਹ ਅਗਰ ਇੱਕ ਪਬਲਿਕ ਇੰਟਰਸਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਾਂ ਕਿਸੇ ਵੀ ਕੋਰਟ ਦੇ ਵਿੱਚ ਜਾ ਕੇ ਰਿਟ ਪਾਏਗਾ ਜੀ ਇਹਨਾਂ ਦੇ ਖਿਲਾਫ। ਇਹ ਬੜਾ ਪ੍ਰੈਕਟੀਕਲ, ਸੱਚਾ ਤੇ ਸਿੱਧਾ ਤਰੀਕਾ ਹੈ। ਤੁਸੀਂ ਜਿੰਨੀ ਮਰਜ਼ੀ ਫੋਨ ਦੇ ਉੱਤੇ ਚਰਚਾ ਕਰ ਲਓ, ਇਹਨਾਂ ਦੇ ਕੁਝ ਕਰ ਲਓ, ਇਹਨਾਂ ਨੂੰ ਫਾਇਦਾ ਹੀ ਮਿਲੇਗਾ ਜੀ। ਇਹਨਾਂ ਤੇ ਫੁੱਲ ਸਟਾਪ ਉਦੋਂ ਲੱਗੇਗਾ ਜਦੋਂ ਕੋਰਟ ਦੇ ਵਿੱਚ ਕੋਈ ਪਬਲਿਕ ਇੰਟਰਸਟ ਦੇ ਵਿੱਚ ਇੱਕ ਐਪਲੀਕੇਸ਼ਨ ਪਾਏਗਾ ਕਿ ਇਹ ਵੈਬ ਸੀਰੀਜ਼ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਨੇ, ਇਹ ਵੈਬ ਸੀਰੀਜ਼ ਦੇ ਉੱਤੇ ਰੋਕ ਲਾਉਣ ਲਈ ਕੋਈ ਸੈਂਸਰ ਹੋਣਾ ਚਾਹੀਦਾ ਜਿਹੜੀ ਆਪਣੀ ਮਰਿਆਦਾ ਵਿੱਚ ਰਹਿਣ, ਕਿ ਆਪਣੇ ਪੈਸੇ ਕਾਰਨ ਸਾਡੇ ਦੇਸ਼ ਦੇ ਜਵਾਨਾਂ ਦੇ ਉੱਤੇ, ਕਿਉਂਕਿ ਕੁਝ ਵੈਬ ਸੀਰੀਜ਼ ਦੇ ਵਿੱਚ ਸਾਡੇ ਦੇਸ਼ ਦੇ ਜਵਾਨਾਂ ਦੇ ਉੱਤੇ ਵੀ ਉਹਨਾਂ ਨੇ ਮਤਲਬ ਗਲਤ ਸ਼ਬਦਾਵਲੀ, ਗਲਤ ਤਰੀਕੇ ਨਾਲ ਪ੍ਰੈਜ਼ੈਂਟ ਕਰਨ ਤੋਂ ਪਿੱਛੇ ਨਹੀਂ ਹਟੇ ਜੀ। ਕਿਉਂਕਿ ਸਾਡੇ ਦੇਸ਼ ਦਾ ਜਵਾਨ ਜਿਹੜਾ ਉਹਨੂੰ ਅਸੀਂ ਸਭ ਤੋਂ ਉੱਪਰ ਮੰਨਦੇ ਹਾਂ। ਅਗਰ ਤੁਸੀਂ ਇਸ ਸਤਰ ਤੇ ਗਿਰ ਗਏ ਹੋ ਕਿ ਤੁਸੀਂ ਪੈਸਾ ਕਮਾਉਣ ਲਈ ਉਹਦੇ ਬਾਰੇ ਵੀ ਗਲਤ ਤਰੀਕੇ ਨਾਲ ਪ੍ਰੈਜ਼ੈਂਟੇਸ਼ਨ ਕਰ ਰਹੇ ਹੋ, ਤੇ ਤੁਹਾਡੇ ਤੋਂ ਮਾੜਾ, ਤੁਹਾਡੇ ਤੋਂ ਨਮਾਣਾ ਮਤਲਬ ਕੋਈ ਨਹੀਂ ਹੋ ਸਕਦਾ, ਕਿਉਂਕਿ ਤੁਹਾਡੇ ਕੋਲ ਮਨੀ ਤੋਂ ਇਲਾਵਾ ਕੁਝ ਨਹੀਂ ਦਿਖਦਾ ਤੁਹਾਨੂੰ। ਸੋ ਇਦਾਂ ਦੇ ਜਿਹੜੇ ਰੋਂਗ ਬੰਦੇ ਨੇ ਜਿਨ੍ਹਾਂ ਨੇ ਸਾਡੇ ਦੇਸ਼, ਸਾਡੇ ਜਵਾਨਾਂ ਨੂੰ ਵੀ ਨਹੀਂ ਛੱਡਿਆ, ਹੋਰ ਕਿਸੇ ਨੂੰ ਕੀ ਛੱਡਣਗੇ, ਉਹਨਾਂ ਤੇ ਲਗਾਮ ਲਾਉਣ ਲਈ ਸਾਨੂੰ ਕੋਰਟ ਦਾ ਜਿਹੜਾ ਦਰਵਾਜ਼ਾ ਖਟਖਟਾਉਣਾ ਪਏਗਾ। ਉੱਥੇ ਪਬਲਿਕ ਇੰਟਰਸਟ ਦੇ ਵਿੱਚ ਇੱਕ ਐਪਲੀਕੇਸ਼ਨ ਦਾਇਰ ਕਰਨੀ ਪਏਗੀ ਔਰ ਕਰਨੀ ਚਾਹੀਦੀ ਹੈ, ਜਿਹਦੇ ਵਿੱਚ ਯੂਰ ਵਰਲਡ ਨਿਊਜ਼ ਵੀ ਪਹਿਲ ਕਰੇਗਾ। ਮਗਰ ਅਸੀਂ ਜਦੋਂ ਸੰਗਠਨ 'ਚ ਹੋਵਾਂਗੇ, ਅਸੀਂ ਇਕੱਠੇ ਹੋਵਾਂਗੇ, ਉਦੋਂ ਕੁਝ ਕਰ ਸਕਦੇ ਹਾਂ। ਸੋ ਸਾਡੀ ਇਸ ਵੀਡੀਓ ਤੋਂ ਬਾਅਦ ਤੁਸੀਂ ਆਪਣੇ ਕਮੈਂਟ, ਵਿਚਾਰ ਔਰ ਆਪਣਾ ਸਾਥ ਸਾਨੂੰ ਜ਼ਰੂਰ ਦੇਣਾ।
ਕਿ ਅਸੀਂ ਵੀ ਔਰ ਉਹ ਜਿਹੜੀ PNL ਅਸੀਂ ਪਾਣਾ ਚਾਹੁੰਦੇ ਹਾਂ, ਜਿਹੜੀ ਪਬਲਿਕ ਇੰਟਰਸਟ ਦੇ ਵਿੱਚ ਜਿਹੜੀ ਐਪਲੀਕੇਸ਼ਨ ਪਾਣਾ ਚਾਹੁੰਦੇ, ਜਦੋਂ ਅਲੱਗ-ਅਲੱਗ ਸਟੇਟ 'ਚ ਪਏਗੀ, ਪੰਜਾਬ 'ਚ ਅਸੀਂ ਪਾਵਾਂਗੇ, ਕਿਸੇ ਹੋਰ ਜਗ੍ਹਾ ਪਏਗੀ, ਤੇ ਉਹ ਜ਼ਿਆਦਾ ਅਸਰਦਾਰ ਹੋਏਗੀ, ਉਹਦਾ ਡਿਮਾਂਡ ਹੋਏਗੀ, ਔਰ ਉਹ ਜਦੋਂ ਇੰਸਟਰਕਸ਼ਨ ਦੇਗੀ ਗਵਰਨਮੈਂਟ ਨੂੰ, ਫਿਰ ਗਵਰਨਮੈਂਟ ਨੂੰ ਇਹ ਕਰਨਾ ਪਏਗਾ। ਕਿਉਂਕਿ ਇਹਦੇ ਵਿੱਚ ਮੈਂ ਮੈਨੂੰ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗਾ, हर बंदे को अपना एक्सक्यूज है जी कि हम तो करने को तैयार हैं मगर वो चैनल नहीं करने देता। चैनल वाला कहता है कि हम तो करने को तैयार हैं, हमें एक्टर नहीं करने, वो एक्टर कहता डायरेक्टर करांदा, एक कैच खेलते हैं जी। ਇਹ ਐਕਚੁਅਲ ਦੇ ਵਿੱਚ ਉਦੋਂ ਹੀ ਲਗਾਮ ਇਹਨਾਂ ਦੀ ਕੰਟਰੋਲ ਚਾਹੀਗੀ ਜਦੋਂ ਕੋਰਟ ਦਾ ਦਰਵਾਜ਼ਾ ਖਟਖਟਾਇਆ ਜਾਏਗਾ। ਸਾਡੇ ਪਰਿਵਾਰ ਔਰ ਸਾਰੀਆਂ ਚੀਜ਼ਾਂ ਤਾਂ ਹੀ ਬਚਣਗੀਆਂ। ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗਾ ਅੱਜ ਦੀ ਚਰਚਾ ਦੇ ਵਿੱਚ, ਕੱਲਾ ਵੈਬ ਸੀਰੀਜ਼ ਦੇ ਵਿੱਚ ਨਹੀਂ, ਪ੍ਰੈਂਕਸ ਦੇ ਨਾਮ ਦੇ ਉੱਤੇ, YouTube ਚੈਨਲ ਦੇ ਉੱਤੇ ਨਾਮ ਤੇ ਦੁਬਈ ਵਰਗਾ ਦੇਸ਼ ਇਹ ਚੀਜ਼ਾਂ ਨੂੰ ਬੈਨ ਕਰ ਸਕਦਾ ਔਰ ਬਹੁਤ ਸਖਤ ਰੂਲ ਬਣਾ ਸਕਦਾ, ਤੇ ਸਾਡਾ ਇੰਡੀਆ ਕਿਉਂ ਨਹੀਂ? ਔਰ ਮੈਨੂੰ ਲੱਗਦਾ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੱਕ ਜਦੋਂ ਇਹ ਅਸੀਂ ਸਾਰੇ ਇੱਕ ਸਮੂਹ ਦੇ ਵਿੱਚ ਇਹ ਰਿਕੁਐਸਟ ਕਰਾਂਗੇ, ਇੱਕ ਆਵਾਜ਼ 'ਚ ਕਰਾਂਗੇ, ਰਾਤੋਂ ਰਾਤ ਅਗਰ ਉਹ ਆਪਣਾ ਦੇਸ਼ ਬਚਾਉਣ ਲਈ ਲੋਕਡਾਊਨ ਕਰ ਸਕਦੇ ਨੇ, ਹੋਰ ਸਟੈਪ ਲੈ ਸਕਦੇ ਨੇ, ਔਰ ਮੈਨੂੰ ਉਮੀਦ ਹੈ ਇਸ ਤਰ੍ਹਾਂ ਦੇ ਪ੍ਰਾਈਮ ਮਿਨਿਸਟਰ ਤੋਂ ਕਿ ਉਹ ਇਸ ਤਰ੍ਹਾਂ ਦੀ ਗੰਦਗੀ ਰੋਕਣ ਲਈ ਵੀ ਬਹੁਤ ਕੜਾ ਕਦਮ ਉਠਾਉਣਗੇ, ਜਿਹੜਾ ਕਿ ਸਾਡੇ ਭਵਿੱਖ ਲਈ ਬਹੁਤ ਜ਼ਰੂਰੀ ਹੈ ਜੀ। ਸੋ ਮੈਂ ਕੀਮਤੀ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ। ਸੋ ਲੋ ਜੀ, ਹੁਣੇ ਤੁਸੀਂ ਦੇਖਿਆ ਕਿ ਅਸੀਂ ਵੈਬ ਸੀਰੀਜ਼ ਦੇ ਮੁੱਦੇ ਦੇ ਉੱਤੇ ਚਰਚਾ ਕੀਤੀ ਹੈ, ਤੇ ਯੂਰ ਵਰਲਡ ਨਿਊਜ਼ ਦੇ ਐਡੀਟਰ ਇਨ ਚੀਫ ਰਵੀਸ਼ ਅਬਰੋਲ ਜੀ ਨੇ ਵੀ ਆਪਣੇ ਵਿਚਾਰ ਰੱਖੇ ਨੇ। ਜਿਵੇਂ ਕਿ ਤੁਹਾਨੂੰ ਪਤਾ ਕਿ ਵੈਬ ਸੀਰੀਜ਼ ਨੇ ਅੱਜ ਦੇ ਟਾਈਮ ਤੇ ਇੱਕ ਨਵਾਂ ਰੂਪ ਅਖਤਿਆਰ ਕਰ ਲਿਆ, ਜਿਹਦੇ ਵਿੱਚ ਨਿਊਡਿਟੀ, ਵਾਇਲੈਂਸ ਤੇ ਇੱਦਾਂ ਦੀਆਂ ਚੀਜ਼ਾਂ ਲਗਾਤਾਰ ਸ਼ਰੇਆਮ ਦਿਖਾਈਆਂ ਜਾ ਰਹੀਆਂ ਨੇ। ਸਾਨੂੰ ਵੀ ਸੰਗਠਨ ਦੇ ਰੂਪ ਦੇ ਵਿੱਚ ਆ ਕੇ ਇਹਨਾਂ ਦੇ ਅਗੇਂਸਟ ਕੋਈ ਕਾਰਵਾਈ ਕਰਨੀ ਚਾਹੀਦੀ ਆ, ਔਰ ਅਸੀਂ ਸਰਕਾਰ ਤੋਂ ਤੇ ਸੈਂਸਰਸ਼ਿਪ ਬੋਰਡ ਤੋਂ ਅਪੀਲ ਕਰਦੇ ਹਾਂ ਕਿ ਇਹਨਾਂ ਉੱਤੇ ਰੋਕ ਲਗਾਈ ਜਾਵੇ ਤਾਂ ਕਿ ਸਾਡੇ ਦੇਸ਼ ਨੂੰ ਕੁਰਾਏ ਪੈਣ ਤੋਂ ਬਚਾਇਆ ਜਾ ਸਕੇ। ਕੈਮਰਾਮੈਨ ਰਾਹੁਲ ਦੇ ਨਾਲ ਮੈਂ ਮਨਪ੍ਰੀਤ ਕੌਰ, ਯੂਰ ਵਰਲਡ ਨਿਊਜ਼।